afternoon, everyone. I am Nikita, and today we will start with the topic Foundations of Psychology, Unit 5 Motivation from code BPCC 131. So, what is motivation? ਮੋਟੀਵੇਸ਼ਨ ਇੱਕ ਇਹੋ ਜਿਹੀ ਪ੍ਰੇਰਨਾ ਹੈ ਜਿਸ ਦੇ ਨਾਲ ਆਪਾਂ ਕੋਈ ਵੀ ਚੀਜ਼ ਕਰਨ ਦੀ ਜਿਹੜੀ ਆਪਣੀ ਇੱਕ ਸ਼ਕਤੀ ਹੈ ਉਹ ਆਪਾਂ ਨੂੰ ਮਿਲ ਪਾਉਂਦੀ ਹੈ ਆਪਣੇ ਥਰੂ, ਚਾਹੇ ਐਕਸਟਰਨਲ ਰਿਸੋਰਸਿਸ ਨਾਲ ਚਾਹੇ ਇੰਟਰਨਲ ਰਿਸੋਰਸਿਸ ਨਾਲ। ਸੋ ਜੋ ਮੋਟੀਵੇਸ਼ਨ ਹੁੰਦੀ ਹੈ, ਮੋਟਿਵ ਜੋ ਆਪਣਾ ਕਿਸੇ ਚੀਜ਼ ਨੂੰ ਕਰਨ ਦੇ ਪਿੱਛੇ ਦਾ ਇੱਕ ਰੀਜ਼ਨ ਹੁੰਦਾ ਹੈ, ਉਸ ਨੂੰ ਮੋਟੀਵੇਸ਼ਨ ਕਿਹਾ ਜਾਂਦਾ ਹੈ। ਮੋਟੀਵੇਸ਼ਨ ਕਿਸੇ ਵੀ ਚੀਜ਼ ਦੇ ਲਈ ਉਹ ਇੰਟਰਨਲ ਲੈਵਲ ਤੇ ਵੀ ਹੋ ਸਕਦੀ ਹੈ ਤੇ ਐਕਸਟਰਨਲ ਲੈਵਲ ਤੇ ਵੀ ਹੋ ਸਕਦੀ ਹੈ। ਉਹ ਆਪਣੀ ਸੋਸਾਇਟੀ ਦੇ ਨਾਲ, ਆਪਣੇ ਇਨਵਾਇਰਨਮੈਂਟ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਆਪਣੇ ਪੀਅਰਸ ਦੇ ਨਾਲ ਜੋ ਇੱਕ ਜੁੜੀ ਹੋਈ ਚੀਜ਼ ਹੁੰਦੀ ਹੈ ਉਹ ਇੱਕ ਐਕਸਟਰਨਲ ਲੈਵਲ ਤੇ ਆਪਾਂ ਨੂੰ ਮੋਟੀਵੇਟ ਕਰਦਾ ਹੈ। ਵਾਈਲ ਜਿਹੜਾ ਆਪਾਂ ਨੂੰ ਇੰਟਰਨਲ ਲੈਵਲ ਤੇ ਜੋ ਮੋਟੀਵੇਟ ਕਰਦਾ ਉਹ ਆਪਣੇ ਇੰਟਰਨਲ ਗੋਲਸ ਹੁੰਦੇ ਨੇ, ਉਹ ਆਪਣੀ ਇੰਟਰਨਲ ਨੀਡ ਹੁੰਦੀ ਹੈ ਜੋ ਆਪਾਂ ਨੂੰ ਐਜ਼ ਅ ਇੰਸਟ੍ਰਿੰਸਿਕ ਮੋਟੀਵੇਸ਼ਨ ਦੇ ਤੌਰ ਤੇ ਆਪਾਂ ਉਸ ਚੀਜ਼ ਨੂੰ ਸਮਝ ਪਾਉਂਦੇ ਹਾਂ, ਜਾਣ ਪਾਉਂਦੇ ਹਾਂ ਕਿ what is motivation in terms of our needs, ਜਿਹੜੀਆਂ ਆਪਣੀਆਂ ਨੀਡਸ ਹੁੰਦੀਆਂ ਨੇ। ਮੋਟੀਵੇਸ਼ਨ ਨੂੰ ਜੇ ਆਪਾਂ ਸਮਝਣਾ ਹੋਵੇ ਤਾਂ देयर इज वन मोटिवेशनल concept, there's a motivational cycle on the basis of which we can understand what is motivation। ਸੋ ਮੋਟੀਵੇਸ਼ਨ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਇੱਕ ਨੀਡ, ਇੱਕ ਜਿਗਿਆਸਾ ਆਉਂਦੀ ਹੈ ਕਿ ਆਈ ਵਾਂਟ ਟੂ ਹੈਵ ਦਿਸ, ਮੇਰੇ ਕੋਲ ਇਹ ਪਰਟੀਕੂਲਰ ਚੀਜ਼ ਹੋਣੀ ਚਾਹੀਦੀ ਹੈ। ਮੰਨ ਲਓ ਪਾਣੀ ਪੀਣ ਦੀ ਇੱਕ ਇੱਛਾ ਹੁੰਦੀ ਹੈ, ਉਹ ਮੇਰੀ ਨੀਡ ਹੈ। ਨੀਡ ਤੋਂ ਬਾਅਦ ਮੈਨੂੰ ਡਰਾਈਵ ਆਏਗੀ, ਡਰਾਈਵ ਕਿ ਮੇਰੀ ਨੀਡ ਹੈ ਜੋ ਹੁਣ ਨੀਡ ਨੂੰ ਫੁੱਲਫਿਲ ਕਰਨ ਦੇ ਲਈ ਮੇਰੇ ਅੰਦਰ ਇੱਕ ਮੋਟੀਵੇਸ਼ਨ ਆਏਗੀ, ਇੱਕ ਜਜ਼ਬਾ ਆਏਗਾ ਕਿ ਆਈ ਵਾਂਟ ਟੂ ਡਰਿੰਕ ਵਾਟਰ, ਤਾਂ ਮੈਨੂੰ ਹੁਣ ਕਿਚਨ ਤੱਕ ਜਾਣਾ ਚਾਹੀਦਾ। ਮੈਂ ਉਹ ਇੱਕ ਹੌਸਲਾ ਇਕੱਠਾ ਕਰੂੰਗੀ ਆਪਣੇ ਅੰਦਰੋਂ। ਉਸ ਤੋਂ ਬਾਅਦ ਅਰਾਊਜ਼ਲ ਆਏਗੀ। ਅਰਾਊਜ਼ਲ ਕੁਡ ਬੀ ਇੰਟਰਨਲ ਔਰ ਐਕਸਟਰਨਲ। ਸੋ ਇੱਥੇ ਮੈਨੂੰ ਪਾਣੀ ਪੀਣ ਦੀ ਨੀਡ ਹੈ ਤਾਂ ਮੈਂ ਕਿਆ ਕਰੂੰਗੀ, ਆਪਣਾ ਉੱਠ ਕੇ ਆਪਣਾ ਗੋਲ ਦੀ ਤਰਫ ਮੈਂ ਵਧੂੰਗੀ, ਦੈਟ ਇਜ਼ ਟੂਵਰਡਸ ਮਾਈ ਕਿਚਨ। ਤਾਂ ਮੈਂ ਆਪਣੀ ਨੀਡ ਨੂੰ ਫੁੱਲਫਿਲ ਕਰਨ ਦੇ ਲਈ ਜੋ ਹੈ ਪਾਣੀ ਪੀਣ ਦੀ ਇੱਛਾ, ਪਾਣੀ ਪੀਣ ਦੇ ਲਈ ਮੈਂ ਆਪਣੇ ਅੰਦਰੋਂ ਮਨ ਬਣਾਉਂਗੀ ਕਿ ਮੈਨੂੰ ਉੱਠਣਾ ਪੈਣਾ ਹੈ, ਉੱਠ ਕੇ ਮੈਨੂੰ ਕਿਚਨ 'ਚ ਜਾ ਕੇ ਪਾਣੀ ਦਾ ਗਲਾਸ ਭਰ ਕੇ ਮੈਨੂੰ ਉਸ ਨੂੰ ਪੀਣਾ ਪੈਣਾ ਹੈ, ਤਾਂ ਹੀ ਮੇਰੀ ਜਿਹੜੀ ਨੀਡ ਹੈ ਉਹ ਫੁੱਲਫਿਲ ਹੋਏਗੀ। ਸੋ ਸਾਈਕੋਲੋਜਿਸਟ ਨੇ ਮੋਟੀਵੇਸ਼ਨਲ ਸਾਈਕਲ ਦੇ ਬੇਸਿਸ ਤੇ ਆਪਾਂ ਨੂੰ ਮੋਟੀਵੇਸ਼ਨ ਨੂੰ ਐਕਸਪਲੇਨ ਕੀਤਾ। ਫਸਟ ਵਾਜ਼ ਨੀਡ ਥਰੂ ਡਰਾਈਵ ਤੋਂ ਬਾਅਦ ਅਰਾਊਜ਼ਲ ਤੋਂ ਬਾਅਦ ਗੋਲ ਓਰੀਐਂਟਡ ਔਰ ਗੋਲ ਡਾਇਰੈਕਟਡ ਬਿਹੇਵੀਅਰ, ਉਸ ਤੋਂ ਬਾਅਦ ਅਚੀਵਮੈਂਟ। ਜਦੋਂ ਆਪਾਂ ਉਸ ਚੀਜ਼ ਨੂੰ ਅਚੀਵ ਕਰ ਲੈਂਦੇ ਹਾਂ, ਦੁਬਾਰਾ ਆਪਾਂ ਇੱਕ ਨਵੀਂ ਚੀਜ਼ ਦੇ ਵੱਲ ਜਦੋਂ ਆਪਾਂ ਫਿਰ ਆਪਣਾ ਧਿਆਨ ਡਾਇਵਰਟ ਕਰ ਲੈਂਦੇ ਹਾਂ, ਫਿਰ ਆਪਣਾ ਇੱਕ ਨਿਊ ਸਾਈਕਲ ਸਟਾਰਟ ਹੋ ਜਾਂਦਾ ਹੈ। ਐਂਡ ਇਹ ਸਾਈਕਲ ਆਪਣਾ ਇੱਦਾਂ ਹੀ ਚੱਲਦਾ ਰਹਿੰਦਾ ਹੈ। ਕੋਈ ਇੱਕ ਨੀਡ ਫੁੱਲਫਿਲ ਹੁੰਦੀ ਹੈ, ਉਸ ਇੱਕ ਨੀਡ ਦੇ ਫੁੱਲਫਿਲ ਹੋਣ ਤੋਂ ਬਾਅਦ ਕੋਈ ਨਵੀਂ ਚੀਜ਼ ਦੀ ਆਪਣੇ ਅੰਦਰ ਇੱਕ ਨੀਡ ਪੈਦਾ ਹੋ ਜਾਂਦੀ ਹੈ। ਐਂਡ ਇੱਦਾਂ ਹੀ ਆਪਣੀਆਂ ਅਲੱਗ-ਅਲੱਗ ਚੀਜ਼ਾਂ ਤੇ ਆਪਣੀ ਜਿਹੜੀ ਵੀ ਨੀਡ ਹੈ ਉਹ ਨੀਡ ਦਾ ਸਾਈਕਲ ਚੱਲਦਾ ਰਹਿੰਦਾ। ਐਂਡ ਦੈਟਸ ਹਾਊ ਇਟ ਇਜ਼ ਨੋਨ ਐਜ਼ ਮੋਟੀਵੇਸ਼ਨਲ ਸਾਈਕਲ। ਜਿਹੜੀ ਵੀ ਆਪਣੀ ਇੱਕ ਇੱਛਾ ਹੈ, ਕੁਝ ਵੀ ਕਰਨ ਦੀ ਇੱਛਾ, ਉਹ ਕਦੇ ਖਤਮ ਨਹੀਂ ਹੁੰਦੀ ਹੈਗੀ। ਕੋਈ ਇੱਕ ਚੀਜ਼ ਜਦੋਂ ਆਪਾਂ ਹਾਸਿਲ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਕੋਈ ਹੋਰ ਉਸ ਤੋਂ ਉੱਚੀ ਚੀਜ਼, ਉਸ ਚੀਜ਼ ਤੋਂ ਇੱਕ ਉੱਚੀ ਨੀਡ ਦਾ ਇੱਕ ਬਣ ਜਾਂਦਾ ਆਪਣਾ ਇੱਕ ਮੋਟਿਵ ਕਿ ਹੁਣ ਆਹ ਚੀਜ਼ ਮੈਨੇ ਥੋੜ੍ਹੇ ਲੈਵਲ 'ਤੇ ਅਚੀਵ ਕਰ ਲਈ, ਹੁਣ ਮੈਨੂੰ ਕੁਝ ਨਵਾਂ ਹਾਸਿਲ ਕਰਨਾ ਹੈ। ਜਿਵੇਂ ਛੋਟਾ ਬੱਚਾ ਇੱਕ ਫਸਟ ਕਲਾਸ ਦੇ ਵਿੱਚ ਹੈ, ਫਸਟ ਕਲਾਸ ਤੋਂ ਬਾਅਦ ਹੁਣ ਉਸਦਾ ਜਿਹੜਾ ਸਾਈਕਲ ਹੈ, ਦੈਟ ਸਾਈਕਲ ਵਿਲ ਰਿਪੀਟ ਇਨ ਸੈਕਿੰਡ ਕਲਾਸ, ਦੈਨ ਥਰਡ, ਦੈਨ ਫੋਰਥ। ਉਸਦਾ ਇਹ ਇੱਕ ਲਰਨਿੰਗ ਦਾ ਜਿਹੜਾ ਸਾਈਕਲ ਹੈ ਉਹ ਚੱਲਦਾ ਹੀ ਰਹਿੰਦਾ ਹੈ। ਇਨ ਅ ਸਿਮਿਲਰ ਮੈਨਰ ਜਿਹੜਾ ਆਪਣਾ ਮੋਟੀਵੇਸ਼ਨ ਹੈ ਉਸਦੀ ਵੀ ਜਿਹੜਾ ਇੱਕ ਸਾਈਕਲ ਹੈ ਉਹ ਚੱਲਦਾ ਰਹਿੰਦਾ ਹੈ। ਪੂਰੀ ਇੱਕ ਚੀਜ਼ ਨੂੰ ਲੈ ਕੇ ਆਪਾਂ ਪੂਰੀ ਜ਼ਿੰਦਗੀ ਮੋਟੀਵੇਟ ਨਹੀਂ ਰਹਿ ਸਕਦੇ ਹੈਗੇ। ਇਸੇ ਕਰਕੇ ਆਪਾਂ ਜਿਹੜੀ ਇੱਕ ਚੀਜ਼, ਇੱਕ ਮੋਟੀਵੇਸ਼ਨ ਹੈ ਉਹ ਟੈਂਪਰਰੀ ਬੇਸਿਸ ਤੇ ਰਹਿੰਦੀ ਹੈ। ਟੈਂਪਰਰੀ ਜਦੋਂ ਤੱਕ ਉਹ ਚੀਜ਼ ਆਪਾਂ ਹਾਸਿਲ ਨਹੀਂ ਕਰ ਪਾਉਂਦੇ ਹੈਗੇ। ਦ ਮੂਮੈਂਟ ਆਪਾਂ ਉਸ ਚੀਜ਼ ਨੂੰ ਹਾਸਿਲ ਕਰ ਲੈਂਦੇ ਹਾਂ, ਆਪਣਾ ਜਿਹੜਾ ਧਿਆਨ ਹੈ ਇੱਕ ਨਵੀਂ ਚੀਜ਼ ਦੇ ਵੱਲ ਡਾਇਵਰਟ ਹੋ ਜਾਂਦਾ ਹੈ। ਕਾਫੀ ਸਾਰੇ ਸਾਈਕੋਲੋਜਿਸਟ ਆਏ ਤੇ ਉਹਨਾਂ ਨੇ ਆਪਣੇ ਆਪਣੇ ਬੇਸਿਸ ਤੇ ਜੋ ਵੀ ਥਿਓਰੈਟੀਕਲ ਪਰਸਪੈਕਟਿਵ ਦਿੱਤਾ, ਥਿਊਰੀਜ਼ ਦਿੱਤੀਆਂ, ਐਕਸਪੈਰੀਮੈਂਟ ਕੀਤੇ, ਉਸ ਤੋਂ ਬਾਅਦ ਦੇ ਗੇਵ ਅ ਡਿਫਰੈਂਟ type of definitions. One of them was factors that directly energize the behavior of the human and other animals is known as motivation। ਜਿਹੜੀ ਵੀ ਚੀਜ਼ ਤੋਂ ਆਪਾਂ ਨੂੰ એનર્ਜੀ ਮਿਲਦੀ ਹੈ, એનર્ਜੀ ਯਾਨੀ ਇੱਕ ਕਿਕ ਮਿਲਦੀ ਹੈ ਕਿ ਆਈ ਵਾਂਟ ਟੂ ਡੂ ਦਿਸ, ਇੱਕ ਜ਼ੀਲ ਹੁੰਦੀ ਹੈ ਕਿ ਮੈਨੂੰ ਇਸ ਚੀਜ਼ ਨੂੰ ਹਾਸਿਲ ਕਰਨਾ ਹੀ ਕਰਨਾ ਹੈ। ਜਿਵੇਂ ਕੋਈ IAS ਆਫਿਸਰ ਬਣਨਾ ਚਾਹੁੰਦਾ ਹੈ ਤਾਂ ਉਹਦਾ ਜਿਹੜਾ ਇੱਕ ਡ੍ਰੀਮ ਹੈ
ਉਹ ਇੱਕ ਨੀਡ ਦੇ ਥਰੂ ਹੈ ਕਿ ਮੇਰੀ ਇਹ ਨੀਡ ਹੈ क्योंकि मैंने अपनी ਜ਼ਿੰਦਗੀ ਦੇ ਵਿੱਚ ਬਹੁਤ ਆਸ-ਪਾਸ ਆਪਣੇ ਗਲਤ ਚੀਜ਼ਾਂ ਹੁੰਦੀਆਂ ਦੇਖੀਆਂ ਨੇ ਤੇ ਜਿਹੜਾ ਇੱਕ ਪਾਵਰ ਇੱਕ ਜਿਹੜਾ ਆਈਐਸ ਆਫਿਸਰ ਨੂੰ ਜਿਹੜੀ ਪਾਵਰ ਮਿਲਦੀ ਹੈ ਟੂ ਕੰਟਰੋਲ ਐਂਡ ਰਾਈਟ ਟੂਵਰਡਸ ਰਾਈਟ ਖੜਨ ਦੀ ਜਿਹੜੀ ਇੱਕ ਤਾਕਤ ਹੁੰਦੀ ਹੈ ਮੈਂ ਉਹ ਪਾਵਰ ਲੈਣਾ ਚਾਹੁੰਦਾ ਐਂਡ ਉਸਦੀ ਨੀਡ ਬਣ ਜਾਂਦੀ ਹੈ ਆਪਣੀ ਸੁਸਾਇਟੀ ਨੂੰ ਦੇਖ ਕੇ ਆਪਣੇ ਬਚਪਨ ਦੇ ਵਿੱਚ ਉਹ ਆਪਣੇ ਲਈ ਇੱਕ ਆਈਐਸ ਆਫਿਸਰ ਬਣਨ ਦੀ ਜਿਹੜਾ ਇੱਕ ਮੋਟਿਵ ਹੈ ਉਹ ਕ੍ਰੀਏਟ ਕਰ ਲੈਂਦਾ ਹੈ ਔਨ ਦ ਬੇਸਿਸ ਆਫ ਦ ਨੀਡ ਕਿ ਮੇਰੀ ਨੀਡ क्या है ताकि मैं अपनी सोसाइटी के लिए कुछ अच्छा कर सका कुछ फ्रूटफुल कर सका कुछ पॉजिटिव कर सका सो आई वॉन्ट टू बिकम IAS ऑफिसर नीड ਹੁਣ ਉਸ ਤੋਂ ਪਤਾ ਚੱਲ ਗਈ ਨਾ ਹੀ ਇਜ਼ ਕਲੀਅਰ ਵਿਦ ਹਿਸ ਗੋਲ ਦੈਟ ਵਾਟ ਹੀ ਵਾਂਟਸ ਟੂ ਬਿਕਮ ਹੁਣ ਉਸਦੀ ਜਿਹੜੀ ਉਹ ਨੀਡ ਹੈ ਹੁਣ ਉਹ ਡਰਾਈਵ ਦੇ ਵੱਲ ਜਦੋਂ ਨੀਡ ਉਸਦੀ ਡਰਾਈਵ ਦੇ ਵੱਲ ਸੈਕੰਡ ਸਟੈਪ ਲੈ ਕੇ ਅੱਗੇ ਵਧਦੀ ਹੈ ड्राइव होंगी है कुड बी इंटरनल और कुड बी एक्सटर्नल ड्राइव इंटरनल हो सकती है कि इंटरनल नीड है कि एक किक है एक पुश है कि मैंने ये चीज़ चाहे वो एज अ थॉट है चाहे किसी को प्रूव करना है या फिर एक्सटर्नल लैवल पे है कि आई वॉन्ट टू सर्व द पर्पज फॉर माई सोसाइटी सो नीड तो बाद सैकेंड स्टैप आंदा है ड्राइव कि मेरी ये नीड है मेरी ड्राइव है कि मैं इस चीज़ को अगे बढ़ सका इस चीज़ को मैं प्रूव कर सका दैट आई कैन डू दैट IAS ਆਫਿਸਰ ਬਣਨ ਦਾ ਜਿਹੜੀ ਉਹ ਇੱਕ ਜਜ਼ਬਾ ਉਹ ਦਿਮਾਗ ਦੇ ਵਿੱਚ ਰਹਿੰਦਾ ਉਹ ਡਰਾਈਵ ਅੱਗੇ ਲੈ ਕੇ ਜਾਂਦਾ ਅਰਾਊਜ਼ਲ ਦੇ ਵੱਲ ਅਰਾਊਜ਼ਲ ਹੁੰਦਾ ਜਦੋਂ ਉਸ ਚੀਜ਼ ਤੋਂ ਆਪਾਂ ਨੂੰ ਕੋਈ ਫਾਇਦਾ ਮਿਲਣਾ ਹੁੰਦਾ ਜਦੋਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਰਾਹ ਤੇ ਮੈਂ ਚੱਲ ਪਿਆ ਜਿਹੜੇ ਰਾਹ ਤੇ ਮੈਂ ਤੁਰ ਪਿਆ ਇਹ ਚੀਜ਼ ਨੇ ਮੈਨੂੰ ਫਾਇਦਾ ਦੇਣਾ ਹੀ ਦੇਣਾ ਹੈ ਚਾਹੇ ਕੁਝ ਵੀ ਹੋ ਜਾਏ ਤੇ ਫਿਰ ਮੈਨੂੰ ਆਪਣੀ ਜਿਹੜੀ ਇੱਕ ਗੋਲ ਹੈ ਮੈਨੂੰ ਉਹਨੂੰ ਵਿੱਚ ਵਿਚਾਲੇ ਰੋਕਣਾ ਨਹੀਂ ਚਾਹੀਦਾ ਹੈਗਾ ਬਲਕਿ ਮੈਨੂੰ ਉਸ ਚੀਜ਼ ਨੂੰ ਕਰਦੇ ਰਹਿਣਾ ਚਾਹੀਦਾ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਉਸ ਚੀਜ਼ ਨੂੰ ਹਾਸਿਲ ਕਰਨ ਦੇ ਲਈ ਮੈਨੂੰ ਉਸ ਚੀਜ਼ ਲਈ ਅੱਗੇ ਵਧਣਾ ਚਾਹੀਦਾ ਰਾਦਰ ਦੈਨ ਜਸਟ ਸਿਟਿੰਗ ਕਿ ਇਹ ਚੀਜ਼ ਔਖੀ ਹੈ ਮੈਂ ਨਹੀਂ ਕਰ ਪਾਣਾ ਬਲਕਿ ਜਿਹੜੀ ਉਸ ਚੀਜ਼ ਦਾ ਇੱਕ ਜਿਹੜੀ ਡਰਾਈਵ ਹੈ ਡਰਾਈਵ ਅਰਾਊਜ਼ ਕਰ ਰੱਖਿਆ ਹੈ ਜਿਹੜਾ ਆਪਣੇ ਅੰਦਰ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਉਸ ਚੀਜ਼ ਨੂੰ ਇੱਕ ਨੀਡ ਨੂੰ ਕਲੀਅਰ ਆਊਟ ਕਰਨ ਦੇ ਲਈ ਉਸ ਚੀਜ਼ ਨੂੰ ਪਾਉਣ ਦੇ ਲਈ ਉਸ ਚੀਜ਼ ਦੇ ਇੱਕ ਐਂਡ ਗੋਲ ਤੱਕ ਪਹੁੰਚਣ ਦੇ ਲਈ ਉਸ ਚੀਜ਼ ਨੂੰ ਉਸਦੀ ਗੱਡੀ ਚਲਾਉਂਦਾ ਰਹਿੰਦਾ ਉਸ ਦੇ ਅੰਦਰ ਜਿਹੜੀ ਇੱਕ ਮੋਟੀਵੇਸ਼ਨ ਦੀ ਜਿਹੜੀ ਇੱਕ ਲਹਿਰ ਹੈ ਉਸ ਤੋਂ ਬਾਅਦ ਆਉਂਦਾ ਹੈ ਗੋਲ ਡਾਇਰੈਕਟਡ ਬਿਹੇਵੀਅਰ ਹੁਣ ਉਸ ਤੋਂ ਪਤਾ ਹੈ ਉਸਨੇ IAS ਆਫਿਸਰ ਬਣਨਾ ਹੈ ਉਸਦੀ ਡਰਾਈਵ ਹੈ ਅੰਦਰੋਂ ਇੱਕ ਮੋਟੀਵੇਸ਼ਨ ਮਿਲ ਗਈ ਇੱਕ એનર્ਜੀ ਮਿਲ ਗਈ ਉਹ એનર્ਜਾਈਜ਼ ਹੋ ਗਿਆ ਐਂਡ ਨਾਓ ਹੀ ਵਾਂਟਸ ਟੂ ਮੂਵ ਟੁਵਰਡਸ ਹਿਸ ਗੋਲ ਹੁਣ ਜਿਹੜਾ ਉਹਦਾ ਗੋਲ ਹੋਊਗਾ ਉਹਦਾ ਗੋਲ ਡਾਇਰੈਕਟਡ ਬਿਹੇਵੀਅਰ ਕਿੱਧਰ ਹੋਊਗਾ ਉਸਦੀ ਲਾਈਫ ਦੇ ਵਿੱਚ ਡਿਸਿਪਲਿਨ ਆਏਗਾ ਹੀ ਵਿਲ ਸਟੱਡੀ ਹਾਰਡ ਉਹ ਮਿਹਨਤ ਕਰੇਗਾ ਉਹ ਹਾਰਡ ਵਰਕ ਕਰੇਗਾ ਐਂਡ ਇਹ ਸਾਰੀਆਂ ਚੀਜ਼ਾਂ ਉਸਦੀ ਨੇਚਰ ਦੇ ਵਿੱਚ ਰਿਫਲੈਕਟ ਹੋਣੀਆਂ ਸਟਾਰਟ ਹੋਣਗੀਆਂ ਉਸਦਾ ਜਿਹੜਾ ਬਿਹੇਵੀਅਰ ਹੋਏਗਾ ਉਸਦਾ ਬਿਹੇਵੀਅਰ ਦੱਸੇਗਾ ਕਿ ਜਿਹੜੀ ਚੀਜ਼ ਨੂੰ ਉਹ ਮੋਟੀਵੇਸ਼ਨ ਦੇ ਤੌਰ ਤੇ ਲੈ ਕੇ ਚੱਲ ਰਿਹਾ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਹਾਸਿਲ ਕਰਨਾ ਚਾਹੁੰਦਾ ਹੈ ਉਸ ਚੀਜ਼ ਨੂੰ ਲੈ ਕੇ ਉਹਦੇ ਅੰਦਰ ਦੀ ਮੋਟੀਵੇਸ਼ਨ ਉਸਦਾ ਜਿਹੜਾ ਇੱਕ ਗੋਲ ਹੈ ਉਸਦੇ ਬਿਹੇਵੀਅਰ ਦੇ ਥਰੂ ਰਿਫਲੈਕਟ ਹੁੰਦਾ ਜੋ क्या वो वाकई हो पा रहा है या नहीं या उसके कोई 19 की चीज़ तो नहीं है कोई कसर तो नहीं है बल्कि वो अपना पूरा 100% दे पा रहा है या नहीं सो ਜਿਹੜਾ ਉਸਦੀ ਨੀਡ ਹੈ ਉਹ ਨੀਡ ਉਸਦੇ ਗੋਲ ਦਾ ਇੱਕ ਜਿਹੜਾ ਹਿੱਸਾ ਹੈ ਉਹ ਬਿਹੇਵੀਅਰ ਦੇ ਥਰੂ ਉਸਦੇ ਅੰਦਰੋਂ ਰਿਫਲੈਕਟ ਹੋ ਪਾਏਗਾ ਦ ਮੂਮੈਂਟ ਉਹ ਚੀਜ਼ ਉਹ ਰਿਫਲੈਕਟ ਹੋਣੀ ਸਟਾਰਟ ਹੋ ਜਾਏਗੀ ਉਸਨੂੰ ਉਸਦੇ ਵਿੱਚ ਫਾਇਦਾ ਦਿਖਣਾ ਸਟਾਰਟ ਹੋ ਜਾਏਗਾ ਉਸਨੂੰ ਉਸਦੇ ਵਿੱਚ ਕੁਝ ਨਾ ਕੁਝ ਹਾਸਿਲ ਹੋਣਾ ਸਟਾਰਟ ਹੋ ਜਾਏਗਾ ਉਸਨੂੰ ਜਿਹੜੀ ਉਹ ਮਿਹਨਤ ਕਰ ਰਿਹਾ ਉਸਨੂੰ ਫਲ ਮਿਲਣਾ ਸਟਾਰਟ ਹੋ ਜਾਏਗਾ ਐਂਡ ਦੈਟਸ ਹਾਊ ਹੀ ਵਿਲ ਅਚੀਵ ਦੈਟ ਫਿਰ ਉਸਦਾ ਜਿਹੜੀ ਹੁਣ ਤੱਕ ਦੀ ਇੱਕ ਨੀਡ ਸੀਗੀ ਇੱਕ ਜਿਹੜਾ ਸੋਚ ਸੀਗੀ ਕਿ ਮੈਨੂੰ ਇਹ ਚੀਜ਼ ਨੂੰ ਪਾਣਾ ਹੈ ਇਸ ਚੀਜ਼ ਨੂੰ ਮੈਂ ਫੁੱਲਫਿਲ ਕਰਨਾ ਹੈ ਤੇ ਜਦੋਂ ਉਸਦੇ ਬਿਹੇਵੀਅਰ ਦੇ ਵਿੱਚ ਉਹ ਚੀਜ਼ ਰਿਫਲੈਕਟ ਹੋਏਗੀ ਤੇ ਉਹ ਬਿਹੇਵੀਅਰਲ ਬੇਸਿਸ ਤੇ ਆਪਣੇ ਗੋਲ ਤੱਕ ਪਹੁੰਚ ਪਾਏਗਾ ਤਾਂ ਫਿਰ ਉਸਦੀ ਅਚੀਵਮੈਂਟ ਹੋ ਜਾਏਗੀ he will become IAS officer and ਇੱਦਾਂ ਹੀ ਜਦੋਂ ਉਸਦੀ ਨੀਡ ਤੋਂ ਉਹਦਾ ਜਿਹੜਾ ਅਚੀਵਮੈਂਟ ਤੱਕ ਦਾ ਜਿਹੜਾ ਸਫ਼ਰ ਹੁੰਦਾ ਹੈ ਇੱਥੇ ਉਹ ਕੰਪਲੀਟ ਹੋ ਜਾਂਦਾ ਹੈ ਐਂਡ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਚੀਜ਼ ਨੂੰ ਅਚੀਵ ਕਰ ਲੈਂਦਾ ਫਿਰ ਜਿਹੜੀ ਇੱਕ ਉਹਦੀ ਇੱਕ ਨੀਡ ਹੈ ਕਿ ਮੈਨੂੰ IAS ਆਫਿਸਰ ਬਣਨਾ ਹੈ ਹੁਣ ਉਹਦੀ ਨੀਡ ਉਹ ਇੱਕ ਅਚੀਵਮੈਂਟ ਦੇ ਵਿੱਚ ਚੇਂਜ ਹੋ ਜਾਂਦੀ ਹੈ that now I have become IAS officer ਹੁਣ ਜਿਹੜੀ ਉਸਦੀ ਅਰਾਊਜ਼ਲ ਨੀਡ ਹੈ ਉਹ ਹੁਣ ਘਟਣ ਲੱਗ ਜੇਗੀ ਜਿਹੜਾ ਉਹਦੇ ਅੰਦਰ ਇੱਕ એનર્ਜੀ ਸੀਗੀ ਇੱਕ ਜਜ਼ਬਾ ਸੀਗਾ that I want to become IAS officer now he can finally say that I have become IAS officer so this is a motivational concept or the motivational cycle ਜੋ ਹਰ ਇੱਕ ਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਗੋਲ ਨੂੰ ਹਾਸਿਲ ਕਰਨ ਦੇ ਲਈ ਇਹੀ ਗੋਲ ਚੱਲਦਾ ਆਉਂਦਾ ਹੈ ਨੀਡ ਬਣਦੀ ਹੈ ਫਿਰ ਡਰਾਈਵ ਹੁੰਦੀ ਹੈ ਅਰਾਊਜ਼ਲ ਹੁੰਦਾ ਹੈ ਉਸ ਤੋਂ ਬਾਅਦ ਗੋਲ ਦਾ ਜਿਹੜੀ ਬਿਹੇਵੀਅਰ ਆਪਣੇ ਗੋਲ ਦੇ ਪ੍ਰਤੀ ਆਪਣਾ ਰਿਫਲੈਕਟ ਹੋਣਾ ਸਟਾਰਟ ਹੁੰਦਾ ਹੈ ਐਂਡ ਆਫਟਰ ਦੈਟ ਵੀ ਮੂਵ ਟੂਵਰਡਸ ਦ ਅਚੀਵਮੈਂਟ ਐਂਡ ਰਿਡਕਸ਼ਨ ਆਫ ਅਰਾਊਜ਼ਲ ਸਟਾਰਟ ਹੋ ਜਾਂਦੀ ਹੈ
ਜਦੋਂ ਰਿਡਕਸ਼ਨ ਹੋ ਜਾਂਦੀ ਹੈ ਕਿਸੇ ਇੱਕ ਚੀਜ਼ ਨੂੰ, ਜਿਹੜਾ ਧਿਆਨ ਹੁਣ ਇੱਕ ਪਾਸੇ ਸੀਗਾ, ਡਾਇਵਰਟਡ ਧਿਆਨ ਸੀਗਾ, ਹੁਣ ਉਹ ਇੱਕ ਜਗ੍ਹਾ ਤੋਂ ਹਟ ਕੇ ਹੁਣ ਉਹ ਕਿਸੇ ਨਵੀਂ ਨੀਡ ਦੇ ਵੱਲ ਚਲੇ ਜਾਂਦਾ, ਬਿਕੋਜ਼ ਦੈਟਸ ਦਾ ਬੇਸਿਕ ਹਿਊਮਨ ਨੀਡ, ਕਿ ਕੋਈ ਵੀ ਚੀਜ਼ ਜਿਹੜੀ ਆਪਣੇ ਨਾਲ ਚੱਲ ਰਹੀ ਹੈ, ਜੋ ਵੀ ਚੀਜ਼ਾਂ ਆਪਾਂ ਦੇਖਦੇ ਹਾਂ, ਉਹ ਸਾਰੀਆਂ ਚੀਜ਼ਾਂ ਆਪਣੀ ਨੀਡ ਦਾ ਪਾਰਟ ਹੈ, ਤੇ ਉਹ ਹਰ ਇੱਕ ਚੀਜ਼ ਚੇਂਜ ਹੁੰਦੀ ਰਹਿੰਦੀ ਹੈ, ਹਰ ਇੱਕ ਚੀਜ਼ ਦੀ ਇੱਕ ਨੀਡ ਆ ਡਿਫਰੈਂਟ ਰਹਿੰਦੀ ਹੈ। ਘਰ 'ਚ ਰਹਿੰਦੇ ਹਾਂ ਤਾਂ ਆਪਣੀ ਨੀਡ ਡਿਫਰੈਂਟ ਹੋਏਗੀ, ਕਾਲਜ ਜਾ ਰਹੇ ਹਾਂ ਉਸਦੇ ਵਿੱਚ ਨੀਡ ਆਪਣੀ ਡਿਫਰੈਂਟ ਹੋਏਗੀ, ਆਪਣੇ ਫਰੈਂਡਸ ਨਾਲ ਬੈਠ ਕੇ ਆਪਣੀ ਨੀਡ ਡਿਫਰੈਂਟ ਹੋਏਗੀ, ਆਪਾਂ ਕਿਸੇ ਦੂਸਰੀ ਸਿਟੀ ਦੇ ਵਿੱਚ ਜਾ ਰਹੇ ਹਾਂ, ਆਪਣੀ ਨੀਡ ਡਿਫਰੈਂਟ ਹੋਏਗੀ। ਆਪਣੀ ਹਰ ਇੱਕ ਟਾਈਮ ਦੇ ਵਿੱਚ ਇੱਕ ਹੀ ਨੀਡ ਨਹੀਂ ਰਹਿੰਦੀ ਹੈਗੀ, ਬਲਕਿ ਆਪਣੀ ਇਨਵਾਇਰਨਮੈਂਟ ਦੇ ਅਕੋਰਡਿੰਗ ਜਿਹੜੀ ਆਪਣੀ ਨੀਡ ਹੈ ਉਹ ਚੇਂਜ ਹੁੰਦੀ ਰਹਿੰਦੀ ਹੈ। ਸੋ ਦਿਸ ਇਜ਼ ਹਾਊ ਮੋਟੀਵੇਸ਼ਨਲ ਸਾਈਕਲ ਵਰਕਸ ਇਨ ਆਰ ਲਾਈਫ। ਸੋ ਜਿਹੜਾ ਮੋਟੀਵੇਸ਼ਨ ਵਰਡ ਹੈ, ਮੋਟੀਵੇਸ਼ਨ ਵਰਡ ਕੇਮ ਫਰੋਮ ਦ ਵਰਡ ਮੂਵੇਅਰ। ਮੂਵੇਅਰ ਮੀਨਸ ਟੂ ਮੂਵ, ਆਪਣੀ ਚੀਜ਼, ਕੋਈ ਚੀਜ਼ ਨੂੰ ਪਾਉਣ ਦੇ ਲਈ ਇੱਕ એનર્ਜੀ ਹੋਣਾ, ਤੇ ਉਸ એનર્ਜੀ ਦੇ ਥਰੂ ਹੀ ਹਿਲਦੇ ਰਹਿਣਾ, ਚੱਲਦੇ ਰਹਿਣਾ, ਆਪਣਾ ਕੰਮ ਕਰਦੇ ਰਹਿਣਾ, ਮਤਲਬ ਇੱਕ ਜਗ੍ਹਾ ਤੇ ਬੇਸਿਕਲੀ ਖੜੇ ਨਾ ਰਹਿਣਾ, ਬਲਕਿ ਉਸ ਨੂੰ ਪਾਉਣ ਦੇ ਲਈ ਆਪਣੇ ਕੋਈ ਨਾ ਕੋਈ ਆਪਣਾ ਇੱਕ ਮੂਵਮੈਂਟ ਕਰਦੇ ਰਹਿਣਾ। ਸੋ ਦੈਟ ਇਜ਼ ਆਰ ਮੋਟੀਵੇਸ਼ਨ। The second definition is the urge to move towards our goal। ਜਿਹੜੀ ਆਪਣੀ ਇੱਕ ਨੀਡ ਹੈ ਕਿ ਆਪਾਂ ਆਪਣੇ ਇੱਕ ਗੋਲ ਨੂੰ ਹਾਸਿਲ ਕਰਨਾ ਹੈ, ਆਪਣੇ ਗੋਲ ਤੱਕ ਪਹੁੰਚਣਾ ਹੈ, ਉਸ ਚੀਜ਼ ਨੂੰ ਮੋਟੀਵੇਸ਼ਨ ਦਾ ਦਰਜਾ ਦਿੱਤਾ ਗਿਆ ਹੈ ਕਿ ਹਾਊ ਮੋਟੀਵੇਸ਼ਨ ਵਰਕਸ ਐਂਡ ਵਾਈ ਮੋਟੀਵੇਸ਼ਨ ਇਜ਼ ਯੂਜ਼ਫੁਲ ਐਂਡ ਇੰਪੋਰਟੈਂਟ ਇਨ ਆਰ ਲਾਈਫ। ਜੋ ਆਪਣੀ ਮੋਟੀਵੇਸ਼ਨ ਹੁੰਦੀ ਹੈ, ਮੋਟੀਵੇਸ਼ਨ ਦੇ ਲਈ ਆਪਾਂ ਨੂੰ ਤਿੰਨ ਗੋਲਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਫਰਸਟ ਇਜ਼ ਡਰਾਈਵ, ਦੈਟ ਵੀ ਹੈਵ ਆਲਰੇਡੀ ਡਿਸਕਸ, ਦੈਟ ਡਰਾਈਵ ਹੋਣੀ ਚਾਹੀਦੀ ਹੈ ਆਪਣੇ ਅੰਦਰ। ਜੇ ਆਪਣੇ ਅੰਦਰ ਇੱਕ ਡਰਾਈਵ ਹੈ ਕਿਸੇ ਚੀਜ਼ ਨੂੰ ਚਲਾਉਣ ਦੀ, ਡਰਾਈਵ ਯਾਨੀ ਚੱਲਣਾ, ਆਪਣੇ ਅੰਦਰ ਇੱਕ એનર્ਜੀ ਹੋਣਾ, ਉਹ ਡਰਾਈਵ ਹੀ ਆਪਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਦੀ ਇੱਕ ਹਿੰਮਤ ਰੱਖਦਾ ਹੈ। Not in physical level but on the basis of psychological level, it could be internal and it could be external। So internal level ਤੇ ਆ ਜਾਂਦੇ ਆਪਣੇ thoughts, ਆਪਣੇ feelings, ਜਿਹੜਾ ਆਪਣੇ ਅੰਦਰ ਇੱਕ ਉਸ ਚੀਜ਼ ਨੂੰ ਚਲਾਉਣ ਦਾ ਜਿਹੜਾ ਇੱਕ process ਹੁੰਦਾ ਹੈ ਕਿ ਮੈਂ ਇਸ ਚੀਜ਼ ਦਾ ਜੋ ਮੇਰੀ ਨੀਡ ਹੈ ਮੈਂ ਉਸਨੂੰ ਫੁਲਫਿਲ ਕਿੱਦਾਂ ਕਰਨਾ ਹੈ, ਫੁਲਫਿਲ ਆਪਾਂ ਕਿੱਦਾਂ ਕਰ ਪਾਉਂਦੇ ਹਾਂ ਥਰੂ ਦ ਬੇਸ ਔਨ ਦ ਬੇਸਿਸ ਆਫ ਆਰ ਥਾਟਸ। ਜਿਹੜੀ ਉਸ ਚੀਜ਼ ਨੂੰ ਲੈ ਕੇ ਜਿਹੜੀ ਵੀ ਆਪਣੇ ਥਾਟ ਪ੍ਰੋਸੈਸਸ ਚੱਲਦੇ ਨੇ ਆਪਣੀ ਨੀਡ ਨੂੰ ਫੁਲਫਿਲ ਕਰਨ ਦੇ ਲਈ, ਦੈਟ ਇਜ਼ ਨੋਨ ਐਜ਼ ਆਰ ਇੰਟਰਨਲ ਡਰਾਈਵ। ਉਹ ਆਪਣੀ ਜਿਹੜੀ ਇੰਟਰਨਲ ਡਰਾਈਵ ਹੈ, ਇੰਟਰਨਲ ਡਰਾਈਵ ਹੀ ਆਪਾਂ ਨੂੰ ਆਪਣੇ ਮੋਟੀਵੇਸ਼ਨ ਲੈ ਕੇ ਚੱਲਦੀ ਹੈ, ਜਿੱਦਾਂ ਆਪਾਂ ਨੇ ਉਸ ਚੀਜ਼ ਤੋਂ ਅੱਗੇ ਮੂਵ ਕਰਨਾ ਹੁੰਦਾ ਆਪਣੀ ਲਾਈਫ ਦੇ ਕਿਸੇ ਵੀ ਪਾਰਟ ਤੇ, ਕਿਸੇ ਵੀ ਚੀਜ਼ ਦੀ ਨੀਡ ਨੂੰ ਫੁਲਫਿਲ ਕਰਨ ਦੇ ਲਈ। And similarly there is external drive। Now that external drive ਜਿਹੜੀ ਆਪਣੀ environmental और अपने societal level ਤੇ ਹੁੰਦੀ ਹੈ, ਆਪਣੇ could be our family members, अपने relationships, जो बेसिकली अपने तो इलावा ਹੁੰਦੀ ਹੈ, मतलब सिर्फ अपने तक ही नहीं ਉਹ मौजूद ਹੁੰਦੀ। It is not towards our internal level but also towards the external level, and our external level is our environment। ਜਿਹੜਾ ਆਪਣਾ environment ਹੈ, that is what our external drive kicks through। सेकेंड इज आर ਅਰਾਊਜ਼ਲ। ਜੋ ਆਪਣਾ ਅਰਾਊਜ਼ਲ ਹੁੰਦਾ ਹੈ, ਆਪਣੀ ਡਰਾਈਵ ਤੋਂ ਬਾਅਦ ਜਿਹੜਾ ਅਰਾਊਜ਼ਲ ਆਪਾਂ ਨੂੰ ਮਿਲਦਾ ਹੈ, ਉਹ ਆਪਾਂ ਨੂੰ ਆਪਣੇ ਗੋਲ ਦੇ ਪ੍ਰਤੀ ਆਪਾਂ ਨੂੰ ਕਲੈਰਿਟੀ ਦਿੰਦਾ ਹੈ, ਦੈਟ ਵਾਟ ਇਜ਼ ਆਰ ਗੋਲ, ਆਪਣਾ ਕਲੀਅਰ ਗੋਲ ਕਿਆ ਹੈ, ਆਪਾਂ ਕਰਨਾ ਕਿਆ ਚਾਹੁੰਦੇ ਹਾਂ ਤੇ ਕਿੱਦਾਂ ਕਰਨਾ ਚਾਹੁੰਦੇ ਹਾਂ। ਡਰਾਈਵ ਆਪਾਂ ਨੂੰ ਇਹ ਆਈਡੀਆ ਦਿੰਦਾ ਹੈ ਐਂਡ ਅਰਾਊਜ਼ਲ ਹੈਲਪਸ ਅਸ ਇਨ ਫਾਈਂਡ ਆਊਟ ਆਰ ਗੋਲ, ਕਿ ਆਪਾਂ ਨੂੰ ਗੋਲ ਤੱਕ ਜੋ ਮੈंने अपनी एक प्लानिंग बनाई है, एग्जीक्यूट किया, जो मैंने एक टाइम टेबल बनाया कि ये मेरा स्टेप रहेगा, ये मेरी स्किल्स का पार्ट रहेगा, दैट हाउ आई विल मूव फ्रॉम वन पार्ट टू अनदर इज थ्रू माई अराउजल। जो मेरा अराउजल होएगा दैट विल ब्रिंग मी टूवर्ड्स माई एंड गोल, दैट विल बी माई फाइनल स्टेज ऑफ कलैक्टिंग द गोल। जो मेरा एक डायरेक्टेड एक बिहेवियर है गोल के प्रति, जी मैं अपनी एक डायरेक्शन चूज की है, उस प्रति मेरा क्या एक arousal रहा towards my external or internal motives towards my goal। Now the types of motivation, ਪ੍ਰੇਰਨਾ ਦੀਆਂ ਕਿਸਮਾਂ ਕਿਹੜੀਆਂ ਹਨ? So there are three main ways to these are the three main types of our motivation। One is biogenic motives, second is psychogenic motives, third is sociogenic motives। So these motives are on the basis of our three needs, three motives। So ਜਿਹੜੀ ਆਪਣੀ motivation ਹੁੰਦੀ ਹੈ, so first one is biogenic motives। So biogenic motive is basically on the basis of our biological needs। ਜਿਹੜੀਆਂ ਨੀਡਸ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਟੂਵਰਡਸ ਦੀ ਬੋਡੀਲੀ ਨੀਡਸ, ਐਂਡ ਜਿਹੜੀ ਆਪਣੀ ਬਾਇਓਲੋਜੀ ਹੈ ਵਿਚ ਟਾਕਸ ਅਬਾਊਟ ਹਾਊ ਆਰ ਬੋਡੀ ਰਿਸਪੌਂਡਸ ਟੂਵਰਡਸ ਆਰ ਮੋਟਿਵਸ। ਆਪਣੀ ਜਿਹੜੀ ਨੀਡ ਹੁੰਦੀ ਹੈ, ਆਪਾਂ ਆਪਣੀ ਨੀਡ ਵੱਲ ਕਿੱਦਾਂ ਤੁਰ ਪਾਉਂਦੇ ਹਾਂ, ਚੱਲ ਪਾਉਂਦੇ ਹਾਂ,
This motivation talks about our motives. Biogenic motives are on the basis of biology, biological changes that a person seek towards his body, and ਜਿਹੜੇ ਵੀ ਆਪਣੇ bodily changes, ਆਪਣੇ ਜਿਹੜਾ brain ਆਪਾਂ ਨੂੰ ਜੋ ਵੀ signals ਦਿੰਦਾ ਹੈ, as we all know that ਜੋ ਵੀ ਆਪਾਂ ਕਰਦੇ ਹਾਂ, ਜੋ ਵੀ ਆਪਾਂ ਸਿੱਖਦੇ ਹਾਂ, ਜੋ ਵੀ ਆਪਾਂ ਮਹਿਸੂਸ ਕਰਦੇ ਹਾਂ, ਜਿਹੜੀ ਵੀ ਚੀਜ਼ ਆਪਾਂ ਨੂੰ ਇੱਕ ਨੀਡ ਆਪਣੇ ਅੰਦਰ ਇੱਕ bodily level ਤੇ ਰਹਿੰਦੀ ਹੈ, ਉਹ ਸਭ ਬਾਇਓਜੈਨਿਕ ਲੈਵਲ ਤੇ ਹੁੰਦੀ ਹੈ। that is on the basis of a body। ਆਪਣਾ ਜਿਹੜਾ ਬ੍ਰੇਨ ਹੈ, ਆਪਣਾ ਬ੍ਰੇਨ ਸਿਗਨਲ ਦਿੰਦਾ ਹੈ that ਹੁਣ ਮੈਨੂੰ ਭੁੱਖ ਲੱਗੀ ਹੈ, ਹੁਣ ਮੇਰਾ ਖਾਣਾ ਖਾਣ ਦਾ ਮਨ ਕਰ ਰਿਹਾ ਹੈ, ਮੈਨੂੰ ਸੌਣ ਦਾ ਮਨ ਕਰ ਰਿਹਾ ਹੈ, ਮੈਨੂੰ ਐਕਸਰਸਾਈਜ਼ ਕਰਨ ਦਾ ਮਨ ਕਰ ਰਿਹਾ ਹੈ, ਜਾਂ ਮੈਨੂੰ ਪਲੇ ਕਰਨ ਦਾ ਮਨ ਕਰ ਰਿਹਾ ਹੈ, ਕੁਝ ਵੀ ਕਰਨ ਦਾ ਮਨ ਕਰ ਰਿਹਾ ਹੈ। ਸੋ ਵਟ ਐਵਰ ਵੀ ਵਾਂਟ ਟੂ ਡੂ ਇਜ਼ ਆਲ ਔਨ ਦ ਬੇਸਿਸ ਆਫ ਆ ਬੋਡੀਲੀ ਨੀਡਸ। ਕਈ ਵਾਰ ਆਪਣਾ खुद का मन नहीं होंगे, पर बल्कि अपनी जी बॉडी है वो नैचुरली अपन दस रही होंगे कि अपने अंदर किस चीज़ की कमी है, अपना क्या करने का मन कर रहा है, अपनी बॉडी को क्या चाहिए है। सो बेसिकली सो इन दैट टर्म्स फर्स्ट वन इज आर बायोजेनिक मोटिव्स। सो फर्स्ट इज हंगर मोटिवेशन। हंगर मोटिवेशन टॉक्स अबाउट द नीड टू हैव फूड, जी अपनी फूड इनटेक है उस चीज़ की ज़रूरत होना। दिस टेल्स अस अबाउट हाउ मोटिवेटेड वी आर टूवर्ड्स आर नीड्स। एंड अपनी जो अपन भुख लगती है, आप क्या करना चाहते हैं, आप खाना खाना चाहते हैं, तो जो खाना है आप उसके लिए फिर अपन खाना बनाना पैंदा है, खाना पैंदा है, तो अपनी फिर खाने तो बाद उस चीज़ का जी एक नीड है अपनी बॉडी लेवल पे, कुड बी ऑन द बेसिस ऑफ आर अपनी जी बॉडीली नीड्स बन जाती है, अपन ताकत मिलती है, अपन एनर्जी मिलती है। कई बार जी चीज़ ड्रेन हो रही होंगी है, खाना खाने तो बाद अपन उस चीज़ की फुलफिलमेंट होंगी है, एंड दैन वी फील लाइक एनर्जेटिक। एंड जी अपनी हंगर मोटिवेशन है, जी अपनी एक हंगर ड्राइव है, दिस कम्स फ्रॉम आर पार्ट ऑफ द ब्रेन दैट इज हाइपोथैलेमस। हाइपोथैलेमस अपने सारे पार्ट्स जिन्ना भी अपने ब्रेन के जोड़े पार्ट्स है एक काफ़ी बड़ा हिस्सा मन्निया जाता है अपने बॉडी का। एंड अपना जो हाइपोथैलेमस है दिस हेल्प्स अस इन मोटिवेटिंग, अपनी जी मोटिवेशन देता है हाइपोथैलेमस। तो हाइपोथैलेमस के नाल नाल एक लेटरल हाइपोथैलेमस है जोड़ा उसका हाइपोथैलेमस का पार्ट है। एंड थर्ड इज वेंट्रोमीडियल पार्ट ऑफ आर हाइपोथैलेमस। दीज थ्री पार्ट्स आर इंपॉर्टेंट एंड दे इन्वॉल्व इन द हंगर ड्राइव। जो अपन भुख लगती है, हाइपोथैलेमस अपने ब्रेन के थ्रू अपनी बॉडी को सिग्नल दिंदा है कि मेरे को भुख लग रही है, गिव मी समथिंग टू ईट, मतलब मैंने एनर्जी के लिए मैंने फूड की जरूरत है। तो जी अपना हाइपोथैलेमस है वही दसदा है अपने अंदर किस किस चीज़ की नीड पैदा हो रही है, क्या अपनी बॉडी को चाहिए है, ताकि वो चीज़ को आप फुलफिल कर सकिए। सैकेंड नीड इज बायोजेनिक नीड्स अपनी सैकेंड नीड आ जाती है ट्रस्ट मोटिवेशन। ट्रस्ट यानी पानी की प्यास लगना। प्यास लगना तो अपनी जी बॉडी है जो उन्होंने फील होता है कि इट इज़ फीलिंग डिहाइड्रेटेड, and that's why our body needs water intake on the regular basis। ਐਵੇਂ ਕਿਹਾ ਵੀ ਜਾਂਦਾ ਹੈ ਕਿ ਆਪਣੇ ਇੱਕ ਦਿਨ ਦੇ ਵਿੱਚ ਆਪਾਂ ਨੂੰ 8 ਤੋਂ 10 ਵਾਰ ਪਾਣੀ ਪੀਣਾ ਚਾਹੀਦਾ ਹੈ। ਤੇ ਜੇ ਆਪਾਂ ਪਾਣੀ ਪੀਂਦੇ ਹਾਂ ਆਪਣੀ ਜਿਹੜਾ ਆਪਣਾ ਜਿਹੜੇ ਆਪਣੇ ਅੰਦਰ ਦੇ ਜਿਹੜੇ ਗਲੈਂਡਸ ਨੇ ਜਿਹੜੇ ਡੀਹਾਈਡਰੇਟ ਹੋ ਰਹੇ ਨੇ ਤਾਂ ਕਿ ਉਹਨਾਂ ਨੂੰ ਨਰਿਸ਼ਮੈਂਟ ਮਿਲ ਸਕੇ। ਦੈਟਸ ਵਾਈ ਵੀ ਨੀਡ ਵਾਟਰ ਔਨ ਆਰ आर्ली बेसिस। तो जो आप पानी ज़्यादा देर नहीं पीते अपने जोड़े बाकी के ग्लैंड्स ने अपने जोड़े मसल्स अपनी जी बॉडी है अपना बेबी एक टाइम तक ब्रेन भी फंक्शन करना बंद कर देता है। एक इंसान 2 दिन तक भुखा तो रह सकता है पर प्यासा बिल्कुल नहीं रह सकता। द मोमेंट अपन जो ज़्यादा प्यास लगती है तो आप पानी नहीं पी पाते है तो उस प्यास के नाल जी अपनी बॉडी के जोड़े होर ग्लैंड्स ਜਿਹੜੇ फंक्शन कर रहे हैं अपनी जो सेंसिस फंक्शन कर रही हैं सारे किते ना किते आके अपनी जी वर्किंग है उन्होंने जो नॉर्मल फंक्शनिंग है उस चीज़ को भी वो हिंडर करता है। एंड जो अपना एंटी ड्यूरेटिक हार्मोन है दैट इज ADH। ADH हेल्प्स ADH इज अ हार्मोन विच लेट अस नो दैट वी आर फीलिंग थ्रस्टी, अपन पानी पीने की जरूरत है। तो इस दे नाल नाल जो सैलूलर डिहाइड्रेशन थ्रस्ट है दिस इज द सिग्नल जो अपन अपने हार्मोन्स अपन सिग्नल देंगे हैं दैट अपनी जी बॉडी है इज फीलिंग लॉस ऑफ वाटर। अपने अंदर जो एक नैचुरल वाटर इंग्रीडिएंट है जोड़ा वाटर अपने अंदर जो नरिशमेंट जी है उन्होंने लो हो रही है, वी नीड वाटर। तो जो सैलूलर डिहाइड्रेशन थ्रस्ट है इट टेल्स अस दैट वी नीड वाटर इनटेक क्योंकि अपनी जी बॉडी की जी नॉर्मल फंक्शनिंग है वी आर नॉट एबल टू डू दैट इन अ प्रॉपर वे।
Third is sex motivation. Now, sex drive is also one of the most important biological needs क्योंकि ਜਿਹੜੀ अपनी bodily need है sometimes वो अपनी इच्छा सिर्फ अपनी bodily needs तो पैदा हो रही होती है and this is natural in all the human beings. बट सैक्स मोटिवेशन इज नॉट लाइक हंगर और थ्रस्ट मोटिवेशन इस ਦੇ ਵਿੱਚ ਕੋਈ ਬੋਡੀ ਲਾਈਕ ਜਿੱਦਾਂ ਖਾਣਾ ਨਹੀਂ ਮਿਲਦਾ ਜਾਂ ਪਾਣੀ ਨਹੀਂ ਮਿਲਦਾ ਤਾਂ ਬੋਡੀ ਕਾਫੀ ਜ਼ਿਆਦਾ ਵੀਕ ਮਹਿਸੂਸ ਕਰਨ ਲੱਗ ਜਾਂਦੀ ਹੈ ਬੋਡੀ ਦੇ ਅੰਦਰ ਡੈਫੀਸ਼ੀਐਂਸੀ ਹੋਣ ਲੱਗ ਜਾਂਦੀ ਹੈ ਪਰ ਇਨ ਟਰਮਸ ਆਫ ਸੈਕਸ ਮੋਟੀਵੇਸ਼ਨ ਬੋਡੀ ਦੇ ਵਿੱਚ ਕੁਝ ਇੱਦਾਂ ਡੈਫੀਸ਼ੀਐਂਸੀ ਜਾਂ ਹਾਰਮੋਨਲ ਡਿਸਬੈਲੈਂਸ ਨਹੀਂ ਹੁੰਦਾ ਹੈਗਾ ਜਸਟ ਲਾਈਕ ਹੰਗਰ ਔਰ ਥਰਸਟ ਬਲਕਿ ਜਿਹੜੀ ਸੈਕਸ ਮੋਟੀਵੇਸ਼ਨ ਹੁੰਦੀ ਹੈ that is natural and that can be controllable towards some extent if पर्सन नोज हिज बाउंड्रीज सो उस चीज़ ਨੂੰ ਉਹ ਕੰਟਰੋਲ ਕਰ ਸਕਦੇ ਹਾਂ ਬਟ ਹੰਗਰ ਐਂਡ ਥਰਸਟ ਮੋਟੀਵੇਸ਼ਨ ਜਿਹੜੀ ਰਹਿੰਦੀ ਹੈ ਉਸ ਚੀਜ਼ ਨੂੰ ਆਪਾਂ ਕੰਟਰੋਲ ਨਹੀਂ ਕਰ ਪਾਉਂਦੇ ਹੈਗੇ in males in males and females there are different types of hormones that release in a sex motivation when they intake sex when they do intercourse then they get that intimacy they get hormones in males they get testosterone hormones and in females they feel estrogen and ਇਹ ਜਿਹੜੇ ਦੋਨੋਂ ਹਾਰਮੋਨਸ ਨੇ ਦੋਨੋਂ ਮੇਲ ਐਂਡ ਫੀਮੇਲ ਦੀ ਬੋਡੀ ਨੂੰ ਰਿਪਰੋਡਕਟਿਵ ਸਿਸਟਮ ਦੇ ਲਈ ਵੀ ਹੈਲਪ ਕਰਦੀ ਹੈ ਬਿਕੋਜ਼ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਐਂਡ ਦਿਸ ਇਜ਼ ਦੀ ਨੈਚੁਰਲ ਵੇ how a body responds in a human or in a male or in a female body and ਜਿਹੜੇ organs ਨੇ ਇਹਨਾਂ ਦਾ function ਕਰਨਾ is important ਕਿਉਂਕਿ ਇਹ natural and biological need ਦੇ basis ਤੇ ਦੇਖਿਆ ਜਾਂਦਾ ਹੈ and towards the ਫੈਮਿਲੀ ਲੈਵਲ ਤੇ ਆਪਣੀ ਫੈਮਿਲੀ ਗਰੋਥ ਇਸ ਚੀਜ਼ ਵਾਲੀ ਜਿਹੜੀ ਸੈਕਸ ਮੋਟੀਵੇਸ਼ਨ ਹੈ that is all natural and in a biological motives. Second is psychogenic motives. Now, this is on the basis of our mind functioning or our psyche, how our psyche works, how our psyche conditions, unlike our biological needs. ਜਿਵੇਂ ਆਪਣੀ biological needs ਨੇ it is all on the basis of our bodily needs. Whereas ਜਿਹੜੀ ਆਪਣੀ psychogenic needs ਹੁੰਦੀ ਹੈ ਜਾਂ ਫਿਰ ਆਪਣੀ ਇੱਕ psychogenic drive ਹੁੰਦੀ ਹੈ it is all on the basis of our psychological needs. ਫਸਟ ਆ ਜਾਂਦੀ ਹੈ ਐਕਸਪਲੋਰੇਸ਼ਨ ਆਫ ਦ ਇਨਵਾਇਰਨਮੈਂਟ ਸਮਟਾਈਮਸ ਆਪਣੀ ਆਦਤ ਹੁੰਦੀ ਹੈ ਕਿ ਆਪਾਂ ਆਪਣੇ ਆਸ-ਪਾਸ ਦੇਖੀਏ ਐਕਸਪਲੋਰ ਕਰੀਏ ਕਿ ਆਪਣੇ ਆਸ-ਪਾਸ ਕਿਆ ਚੱਲ ਰਿਹਾ ਹੈ ਆਪਣੇ ਸੁਸਾਇਟੀ ਦੇ ਵਿੱਚ ਕਿਆ ਇੰਪੋਰਟੈਂਟ ਰੋਲ ਆਪਣੇ ਆਸ-ਪਾਸ ਚੱਲ ਰਹੇ ਨੇ ਕਿਆ ਆਪਣਾ ਇੱਕ ਇੰਪੋਰਟੈਂਟ ਰੋਲ ਬਣਦਾ ਹੈ ਐਕਸਪਲੋਰ ਕਰਨਾ ऑब्जर्व ਕਰਨਾ ਤੇ ਆਪਣੇ ਸੋਸਾਇਟੀਅਲ ਲੈਵਲ ਤੇ ਹਿੱਸਾ ਲੈਣਾ ਹੈਲਪ ਕਰਨਾ एनजीओज ਦੇ ਵਿੱਚ ਆਪਣੇ ਆਪਣਾ ਕੰਟਰੀਬਿਊਸ਼ਨ ਦੇਣਾ ਇਹ ਸਭ ਆਪਣੀ ਸਾਈਕੋਲੋਜੀਕਲ ਨੀਡਸ ਦਾ ਪਾਰਟ ਬਣ ਜਾਂਦਾ ਹੈ ਸਮਟਾਈਮਸ ਵੀ ਨੀਡ ਦੈਟ ਕਈ ਵਾਰ ਆਪਾਂ ਨੂੰ ਆਪਣੇ ਸੋਸਾਇਟੀ ਦੇ ਵਿੱਚ ਰਹਿ ਕੇ ਆਪਾਂ ਨੂੰ ਫਰੈਂਡਸ਼ਿਪਸ ਦੀ ਨੀਡ ਹੁੰਦੀ ਹੈ ਰਿਲੇਸ਼ਨਸ਼ਿਪਸ ਬਿਲਡ ਕਰਨ ਦੀ ਆਪਾਂ ਨੂੰ ਇੱਕ ਨੀਡ ਹੁੰਦੀ ਹੈ ਬਿਕੋਜ਼ ਵੀ ਆਰ ਅ ਸੋਸ਼ਲ ਐਨੀਮਲਸ ਐਂਡ ਵੀ ਨੀਡ ਪੀਪਲ ਅਰਾਊਂਡ ਅਸ ਐਂਡ ਆਪਾਂ ਜਦੋਂ ਇਨਵਾਇਰਨਮੈਂਟ ਦੇ ਨਾਲ ਇੰਟਰੈਕਟ ਕਰਦੇ ਹਾਂ ਆਪਾਂ ਇਨਸਾਨ ਕਦੇ ਵੀ ਇੱਕ ਅਲੱਗ ਜਾਂ ਫਿਰ ਆਪਾਂ ਆਈਸੋਲੇਟ ਹੋ ਕੇ ਨਹੀਂ ਰਹਿ ਸਕਦੇ ਹੈਗੇ ਕਿਉਂਕਿ ਆਪਾਂ ਨੂੰ ਇੱਕ ਆਦਤ ਹੈ ਕਿ ਆਪਾਂ ਲੋਕਾਂ ਦੇ ਨਾਲ ਮਿਲ ਸਕੀਏ ਇੰਟਰੈਕਟ ਕਰ ਸਕੀਏ ਉਹਨਾਂ ਤੋਂ ਕੁਛ ਨਾ ਕੁਛ ਸਿੱਖ ਸਕੀਏ ਆਪਣੇ ਥਰੂ ਕੁਛ ਸਿਖਾ ਸਕੀਏ ਅੱਛਾ ਮਹਿਸੂਸ ਕਰ ਸਕੀਏ ਗੱਲਾਂ ਕਰ ਸਕੀਏ ਆਪਣੇ ਥਾਟਸ ਐਕਸਚੇਂਜ ਕਰ ਸਕੀਏ ਆਪਣੀ ਫੀਲਿੰਗਸ ਸ਼ੇਅਰ ਕਰ ਸਕੀਏ ਕਿਸੇ ਦੇ ਲਈ ਕੁਝ ਅੱਛਾ ਕਰ ਸਕੀਏ ਸੋ ਇਹ ਸਾਰੀਆਂ ਆਪਣੀ ਆਪਣੀ ਇਨਵਾਇਰਨਮੈਂਟਲ ਨੀਡਸ ਬਣ ਜਾਂਦੀਆਂ ਨੇ ਸੈਕੰਡ ਇਜ਼ ਕੰਪੀਟੈਂਸ ਮੋਟਿਵ ਇਜ਼ ਟੂਵਰਡਸ ਕਿਸੇ ਚੀਜ਼ ਨੂੰ ਹਾਸਿਲ ਕਰਨ ਦੇ ਲਈ ਜਦੋਂ ਆਪਾਂ ਆਪਣੇ ਅੰਦਰ ਕੋਈ ਇੱਕ ਕੰਪੀਟੈਂਸ ਇੱਕ ਕੰਪੀਟੀਸ਼ਨ ਦੀ ਜਿਹੜੀ ਭਾਵਨਾ ਰੱਖਦੇ ਹੈ ਕਿ ਆਈ ਵਾਂਟ ਟੂ ਅਚੀਵ ਸਰਟਨ ਗੋਲਸ ਐਟ ਦਿਸ ਏਜ ਆਫ ਮਾਈ ਲਾਈਫ ਤੇ ਜਦੋਂ ਮੈਂ ਆਪਣੀ ਉਹ ਗੋਲਸ ਨੂੰ ਅਕੰਪਲਿਸ਼ ਕਰ ਪਾਉਂਗੀ ਤਾਂ ਹੀ ਮੈਨੂੰ ਲੱਗੂਗਾ ਕਿ ਮੇਰਾ ਇਸ ਦੁਨੀਆ ਦੇ ਵਿੱਚ ਆਉਣ ਦਾ ਜਿਹੜਾ ਮੇਰਾ ਇੱਕ ਮੋਟਿਵ ਹੈ ਉਹ ਫੁੱਲਫਿਲ ਹੋ ਗਿਆ ਸੋ ਇਹ ਆਪਣੀ ਇੱਕ ਸਾਈਕੋਲੋਜੀਕਲ ਨੀਡ ਹੋ ਜਾਂਦੀ ਹੈ ਜੋ ਕਿ ਸਬਜੈਕਟਿਵ ਰਹਿੰਦੀ ਹੈ ਹਰ ਇੱਕ ਇਨਸਾਨ ਉਸ ਚੀਜ਼ ਨੂੰ ਡਿਫਰੈਂਟ ਲੈਵਲ ਤੇ ਪ੍ਰੋਸੈਸ ਕਰ ਪਾਉਂਦਾ ਹੈ ਲਾਈਕ ਹਰ ਕੋਈ ਉਸ ਚੀਜ਼ ਨੂੰ ਡਿਫਰੈਂਟਲੀ ਸਮਝ ਪਾਉਂਦਾ ਹੈ ਕਿ ਮੇਰੀ ਨੀਡ ਕਿਆ ਹੈ ਐਂਡ ਹਰ ਇੱਕ ਦੀ ਨੀਡ ਸੇਮ ਨਹੀਂ ਹੁੰਦੀ ਹੈਗੀ ਹਰ ਇੱਕ ਦੀ ਨੀਡ ਕੰਪੀਟੈਂਸ ਲੈਵਲ ਤੇ ਜੋ ਕਿ ਕੋਈ ਇੱਕ ਚੀਜ਼ ਦਾ ਮੋਟੀਵੇਸ਼ਨ ਹੈ ਕੰਪੀਟੀਸ਼ਨ ਹੈ ਉਹ ਡਿਫਰੈਂਟ ਲੈਵਲ ਤੇ ਰਹਿੰਦਾ ਹੈ so this is how our competence motive works अपने psychological level ਤੇ whatever we need अपनी जो भी demand है खुद ਤੋਂ ਲੈ ਕੇ ਇਹ ਸਾਰੀਆਂ demands ਆਪਣੀਆਂ psychological level ਤੇ ਆਪਣੇ ਆਪ ਤੋਂ ਹੁੰਦੀਆਂ ਨੇ ਇਹ motivation ਆਪਾਂ ਨੂੰ ਆਪਣਾ kick start ਆਪਣੇ इंटरनल लेवल तो मिलता है ना कि किसी एक्सटर्नल लेवल तो मिलता है देन थर्ड इज सेल्फ एक्चुअलाइजेशन सो सेल्फ एक्चुअलाइजेशन इज आर एंड गोल एक पर्पस ਜਿਹੜਾ ਆਪਾਂ ਜਿਹੜਾ ਇੱਕ ਸੋਚ ਲੈ ਕੇ ਆਂਦੀ ਹੈ ਕਿ ਜੇ ਮੈਂ ਇਸ ਧਰਤੀ ਤੇ ਮੈਂ ਪੈਦਾ ਹੋਇਆ ਤਾਂ ਮੇਰਾ ਜਿਹੜਾ ਮੋਟਿਵ ਹੈ ਕਿਆ ਮੈਂ ਜੋ
ਨੀਡ ਹੈ ਮੇਰੀ ਕਿ ਮੈਂ ਇਸ ਧਰਤੀ ਤੇ ਪੈਦਾ ਹੋਇਆ ਤੇ ਮੈਂ ਇਸ ਚੀਜ਼ ਨੂੰ ਕਰਨ ਦੇ ਲਈ ਮੈਂ ਪੈਦਾ ਹੋਇਆ ਤੇ ਮੈਂ ਇਸ ਪਰਟੀਕੁਲਰ ਚੀਜ਼ ਨੂੰ ਅਕੰਪਲਿਸ਼ ਕਰ ਲੂੰਗਾ, ਜਾਂ ਜਿਹੜਾ ਮੇਰਾ ਗੋਲ ਹੈ ਮੈਂ ਇਸ ਚੀਜ਼ ਨੂੰ ਫੁੱਲਫਿਲ ਕਰ ਲੂੰਗਾ, ਤਾਂ ਮੇਰਾ ਇਸ ਦੁਨੀਆ ਤੇ ਆਉਣ ਦਾ ਜਿਹੜਾ ਇੱਕ ਐਕਚੁਅਲ ਪਰਪਸ ਹੈ, ਐਕਚੁਅਲ ਨੀਡ ਹੈ, ਉਹ ਫੁੱਲਫਿਲ ਹੋ ਚੁੱਕੀ ਹੈ। ਸੋ ਦਿਸ नीड ऑल्सो कम्स फ्रॉम आर इंटरनल सेल्फ। ये अपना एक सेल्फ डायलॉग रहता है कि दिस इज समथिंग दैट आई वांट टू अचीव एंड आई विल अचीव इन सम और दी अदर वे। एंड ये अपनी जी नीड है वो खुद तो ही रहती है। ਤੇ ਜਿਹੜੀ ਇਹ ਨੀਡ ਆਪਾਂ ਨੂੰ ਜਦੋਂ ਆਪਣੀ ਪੂਰੀ ਲਾਈਫ ਦੇ ਵਿੱਚ ਇੱਕ ਮੋਟੀਵੇਸ਼ਨ ਦਾ ਕੰਮ, ਇੱਕ ਮੋਟੀਵੇਸ਼ਨ ਦੇ ਰੂਪ ਦੇ ਵਿੱਚ ਚੱਲਦੀ ਆ ਰਹੀ ਹੈ। ਜੋ ਇੱਕ ਸੁਪਨਾ ਇੱਕ ਬੱਚੇ ਨੇ ਛੋਟੇ ਹੁੰਦੇ 10-11 ਸਾਲ ਦੀ ਉਮਰ ਦੇ ਵਿੱਚ ਦੇਖ ਰੱਖਿਆ ਹੁੰਦਾ ਹੈ, ਤੇ ਉਹ ਜਦੋਂ 40s ਦੀ ਏਜ ਦੇ ਵਿੱਚ ਆਉਂਦਾ, ਸੋ ਦੈਟ ਹੀ ਕੁਡ ਐਕਚੁਅਲੀ ਸੈਂਸ ਦੈਟ ਕਿ ਜੋ ਮੈंने ਆਪਣਾ ਇੱਕ ਡ੍ਰੀਮ ਦੇਖਿਆ ਸੀਗਾ ਉਹ ਮੈਂ ਫਾਈਨਲੀ ਫੁੱਲਫਿਲ ਕਰ ਸਕਿਆ। ਸੋ ਦੈਟ ਇਜ਼ ਹਾਊ ਸੈਲਫ ਐਕਚੁਅਲਾਈਜ਼ ਵਰਕਸ। Third is sociogenic motive. So sociogenic motive is on the basis of societal level or environmental level। जो अपने आसपास चल रहा है, जो अपनी एक नीड बन जाती है, ये चीज़ को फुलफिल करना है, बट ऑन द बेसिस ऑफ सोशियोजेनिक मोटिव्स। कुड बी ऑन द बेसिस ऑफ द रिलेशनशिप्स दैट वी आर इन। ਜਿਹੜੇ ਜਿਹੜੇ ਰਿਲੇਸ਼ਨਸ਼ਿਪਸ ਦੇ ਵਿੱਚ ਆਪਾਂ ਹੈ, ਜਿਹਨੂੰ ਆਪਾਂ ਜਾਣਦੇ ਹਾਂ ਕਿਸੇ ਰਿਲੇਸ਼ਨਸ਼ਿਪ ਦੇ ਵਿੱਚ, ਕਈ ਵਾਰ ਆਪਾਂ ਨੂੰ ਉਸ ਚੀਜ਼ ਦੀ ਮੋਟੀਵੇਸ਼ਨ ਆਪਣੇ ਜੋ ਜੌਬ ਆਪਾਂ ਜਿਹੜੇ ਆਪਾਂ ਜੌਬ ਪਰਸਪੈਕਟਿਵਸ ਦੇ ਵਿੱਚ ਆਪਾਂ ਆਪਣੇ ਆਪ ਨੂੰ ਸਰਵ ਕਰ ਰਹੇ ਹਾਂ, ਉਸ ਲੈਵਲ ਤੇ ਵੀ ਹੋ ਸਕਦੀ ਹੈ, ਆਪਣੇ ਫੈਮਿਲੀਅਰ ਲੈਵਲ ਤੇ ਵੀ ਹੋ ਸਕਦੀ ਹੈ, ਆਪਣੇ ਰਿਲੇਸ਼ਨਸ਼ਿਪ ਬਿਲਡਿੰਗਸ ਤੇ ਵੀ ਹੋ ਸਕਦੀ ਹੈ, ਆਪਣੇ ਜਿਹੜੇ ਪੀਅਰਸ ਦੇ ਨਾਲ ਜਿਹੜੇ ਆਪਣੀ ਫਰੈਂਡਸ਼ਿਪਸ ਨੇ, ਰਿਲੇਸ਼ਨਸ਼ਿਪਸ ਨੇ, ਉਸ ਚੀਜ਼ ਦਾ ਜਿਹੜਾ ਇੱਕ ਬੌਂਡਿੰਗ ਹੈ, ਉਸ ਚੀਜ਼ ਨੂੰ ਬਣਾ ਕੇ ਰੱਖਣ ਦੇ ਲਈ, ਉਸ ਚੀਜ਼ ਦੇ ਲਈ ਇਹ ਆਪਾਂ ਨੂੰ ਸੋਸ਼ੀਓਜੈਨਿਕ ਮੋਟਿਵਸ ਆਪਾਂ ਨੂੰ ਇਟ ਟੇਕਸ ਪਲੇਸ ਐਂਡ ਇਟ ਹੈਲਪਸ ਅਸ ਇਨ ਸਰਵਾਈਵਿੰਗ ਇਨ ਆਰ ਇਨਵਾਇਰਮੈਂਟ। ਜਿਹੜੇ ਇਨਵਾਇਰਮੈਂਟ ਦੇ ਵਿੱਚ ਆਪਾਂ ਰਹਿੰਦੇ ਹਾਂ, ਤੇ ਇਹ ਪਿਓਰਲੀ ਆਪਣੇ ਤੱਕ ਨਹੀਂ ਰਹਿੰਦੀ, ਬਲਕਿ ਇਹ ਜਿਹੜੀ ਸੋਸ਼ੀਓਜੈਨਿਕ ਨੀਡ ਹੈ, ਮੋਟਿਵ ਹੈ, ਇਹ ਆਪਣਾ ਸੋਸਾਇਟਲ ਲੈਵਲ ਤੇ ਰਹਿੰਦਾ ਹੈ, ਵਿਚ ਇਜ਼ ਰਿਲੇਟਡ ਟੂਵਰਡਸ ਦੀ ਅਦਰਸ ਔਰ ਸਮ ਸਟੇਟਸ ਇਨ ਦ ਸੋਸਾਇਟੀ। ਜੇ ਆਪਾਂ ਕੁਝ ਅੱਛਾ ਹਾਸਿਲ ਕਰ ਰਹੇ ਹਾਂ ਤਾਂ ਆਪਾਂ ਸੋਸਾਇਟੀ ਦੇ ਵਿੱਚ ਆਪਣਾ ਨਾਮ, ਆਪਣੀ ਨੀਡ, ਆਪਣਾ ਗੋਲ ਕਿੱਥੇ ਤੱਕ ਸਟੈਂਡ ਆਊਟ ਕਰ ਪਾ ਰਹੇ ਹਾਂ। ਸੋ ਫਸਟ ਇਜ਼ ਅਚੀਵਮੈਂਟ ਮੋਟੀਵੇਸ਼ਨ। ਜਿਵੇਂ ਆਪਾਂ ਕਲਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਤੇ ਇੱਕ ਪ੍ਰਾਈਜ਼ ਮਿਲਦਾ ਹੈ ਫਸਟ, ਸੈਕਿੰਡ, ਥਰਡ ਨੂੰ, ਜਾਂ ਫਸਟ 5 ਸਟੂਡੈਂਟਸ ਨੂੰ ਜਿਹੜੇ ਕਲਾਸ ਦੇ ਵਿੱਚ ਜਿਹੜੇ ਸਟੈਂਡ ਆਊਟ ਕਰਦੇ ਨੇ। ਸੋ ਵੀ ਗਿਵ them प्राइज, रिवॉर्ड, इंसेंटिव देने हैं कि दिस इज योर रिवॉर्ड, दिस इज समथिंग दैट यू हैव गेन्ड फॉर योर सेल्फ। सो ऑन द बेसिस ऑफ दैट अचीवमेंट बच्चा सैकेंड क्लास भी क्या करेगा कि फस्ट क्लास मैंने गिफ्ट मिलिया सी, प्राइज मिलिया सी, रिवॉर्ड मिलिया सी, या मेरी मैनू काफ़ी ज़्यादा लाइक शाबाशी मिली सी। सो इस दे लई मैनू चाहिए कि मैं सैकेंड क्लास भी अच्छा स्कोर करा, ताकि मैनू एक सेंस रवे ऑफ अचीवमेंट, सेंस ऑफ अचीवमेंट मेरे अंदर आ सके कि मैं कुछ ना कुछ अपनी लाइफ के विच हासिल कर रहे हैं। तो जी एक छोटे लैवल तो एक चीज़ को आप हासिल कर लेंगे हैं, एक मुकाम हासिल कर लेंगे हैं, सो अपन एक किक स्टार्ट दिंदा है कि मेरे अंदर होर भी कैपेबिलिटी है कि मैं इस तो भी उपर वध सकती है, मैं इस तो भी अगे कुछ सीख के अपने आप को अपनी ग्रोथ कर सकती है, अपने आप को मैं इवॉल्व कर सकती हैं। सो दैट्स हाउ आवर अचीवमेंट मोटिवेशन टेक्स प्लेस, इट वर्क्स। Then second is affiliation motivation. So affiliation is when we are on the we are winning on the basis of a relationship basis। ਜਿਹੜਾ ਆਪਣਾ ਰਿਲੇਸ਼ਨਸ਼ਿਪ ਹੈ, ਕੋਈ ਰਿਵਾਰਡ ਮਿਲ ਰਿਹਾ, ਆਪਾਂ ਕਿਸੇ ਚੀਜ਼ ਦੇ ਨਾਲ ਐਫੀਲੀਏਟ ਹੋ ਰਹੇ ਹਾਂ, ਯਾਨੀ ਕਿ ਇਫ ਆਈ ਐਮ ਇਨ ਅ ਪਰਟੀਕੂਲਰ सोसाइटी, इफ आई बिलोंग टू सम पर्टिकुलर सोसाइटी, सो ਉਹ ਮੇਰੀ सोसाइटी तो मेरी पहचान है, मेरे तो मेरी सोसाइटी की पहचान है। सो दे आर इंटर रिलेटेड। ਜਿਹੜੇ ਫਰੈਂਡਸ ਗਰੁੱਪ ਦੇ ਵਿੱਚੋਂ ਆਪਾਂ ਜਾਣੇ ਜਾਂਦੇ ਹਾਂ, ਵੀ ਆਰ ਐਫੀਲੀਏਟਿਡ ਟੂਵਰਡਸ दैट ਫਰੈਂਡਸ ਗਰੁੱਪ। ਜਿਹੜੇ ਦੋਸਤ ਆਪਣੇ ਗਰੁੱਪ ਦਾ ਪਾਰਟ ਨੇ, ਉਹ ਆਪਣੇ ਤੋਂ ਜਾਣੇ ਜਾਣਗੇ ਕਿ ਇਹ ਮੇਰਾ ਦੋਸਤ ਹੈ ਜਾਂ ਮੈਂ ਉਸਦੀ ਦੋਸਤ ਹੈ, ਤੇ ਉਹ ਦੋਸਤੀ ਤੋਂ ਪਹਿਚਾਨਿਆ ਜਾਏਗਾ ਕਿ ਇਹਨਾਂ ਦੀ ਦੋਸਤੀ ਕਿੰਨੀ ਗੂੜੀ ਹੈ। ਜੇ ਆਪਾਂ ਕਲਾਸ ਦੇ ਵਿੱਚ, ਕਾਲਜ ਦੇ ਵਿੱਚ ਦੇਖਦੇ ਹਾਂ ਕਿ ਦੋ ਦੋਸਤ ਹਮੇਸ਼ਾ ਨਾਲ ਹੀ ਰਹਿੰਦੇ ਆ, ਤਾਂ ਆਪਾਂ ਨੂੰ ਇੱਕ ਆਈਡੀਆ ਲੱਗ ਜਾਂਦਾ ਹੈ ਕਿ ਇਹ ਦੋਨੋਂ ਜਦ ਵੀ ਕਲਾਸ ਦੇ ਵਿੱਚ ਐਂਟਰ ਕਰਦੇ ਆ ਜਾਂ ਜਦ ਵੀ ਇਕੱਠੇ ਬੈਠਦੇ ਆ, ਵਿਚ ਮੀਨਸ ਦੇ ਆਰ ਗੁੱਡ ਫਰੈਂਡਸ, ਤੇ ਉਹ ਆਪਸ ਦੇ ਵਿੱਚ ਅੱਛੇ ਦੋਸਤ ਨੇ। ਤੇ ਜਦ ਵੀ ਆਪਾਂ ਇੱਕ ਦੇ ਬਾਰੇ ਪੁੱਛਦੇ ਹਾਂ ਤਾਂ ਨਾਲ ਦੀ ਨਾਲ ਆਪਾਂ ਨੂੰ ਦੂਸਰੇ ਫਰੈਂਡ ਦਾ ਵੀ ਨਾਮ ਯਾਦ ਆ ਜਾਂਦਾ ਹੈ, ਕਿਉਂਕਿ ਆਪਣੀ ਇੱਕ ਆਦਤ ਬਣ ਜਾਂਦੀ ਹੈ ਦੋਨਾਂ ਨੂੰ ਇਕੱਠੇ ਦੇਖਣ ਦੀ, ਇੱਕ ਨੂੰ ਦੂਜੇ ਦੇ ਥਰੂ ਐਫੀਲੀਏਟ ਕਰਨ ਦੀ, ਇੱਕ ਨੂੰ ਦੂਜੇ ਦੇ ਥਰੂ ਐਸੋਸੀਏਟ ਜਾਂ ਜਾਣਨ ਦੀ, ਅੰਡਰਸਟੈਂਡ ਕਰਨ ਦੀ ਕਿ ਦੇ ਬੋਥ ਆਰ ਸੇਮ ਫਰੈਂਡ, ਸੇਮ ਗਰੁੱਪ, ਐਂਡ ਇਹ ਦੋਨੋਂ ਇੱਕੋ ਹੀ ਫਰੈਂਡਸ਼ਿਪ ਦਾ ਪਾਰਟ ਨੇ। So as we talked about the types of
motivation. So one is biogenic motive, psychogenic, and third is sociogenic. So these three motivation helps in understanding our motives and our day to day perspective of how we take our motivation ਤੇ ਆਪਾਂ ਕਿਸੇ ਚੀਜ਼ ਨੂੰ ਜੇ ਕਰਨਾ ਹੁੰਦਾ ਹੈ ਤਾਂ ਉਸ ਇੱਕ ਚੀਜ਼ ਤੱਕ ਪਹੁੰਚਣ ਦੇ ਲਈ ਕਿਹੜੇ ਕਿਹੜੇ motives ਆਪਾਂ ਨੂੰ ਕੰਮ ਕਰਦੇ ਆ could be on the bodily needs, psychological needs or on the basis of societal level. Next comes theories of motivation. So there are ample number of motivational theories which were given by these psychologists in terms of making us understand what motivation is and how motivation works and motivation ਦਾ अपनी life ਦੇ ਵਿੱਚ क्या क्या एक changes अपने bodily level, psychological level ਤੇ अपने societal level ਤੇ क्या क्या changes अपने motivation ने अपनी life ਦੇ ਵਿੱਚ ਕੀਤੇ हैं. सो फर्स्ट इज एवोल्यूशनरी अप्रोच. सो एवोल्यूशनरी अप्रोच है यानी कि ਜਿਹੜੀ ਸਭ ਤੋਂ ਪਹਿਲਾਂ ਦੀ ਸਟਾਰਟ ਕੀਤੀ ਗਈ ਜਿਵੇਂ ਜਿਹੜੇ ਵਾਈਲਡ ਲਾਈਫ ਲਾਈਕ ਪਹਿਲਾਂ ਦੇ ਟਾਈਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ अर्ਲੀ ਟਾਈਮਸ ਦੇ ਵਿੱਚ ਜਿਹੜੇ ਮੈਨ ਸੀਗੇ what they used to do ਕਿੱਦਾਂ ਐਵੋਲਿਊਟ ਹੋਏ ਕਿੱਦਾਂ ਐਵੋਲਿਊਸ਼ਨਰੀ ਪਰਸਪੈਕਟਿਵ ਦੇ ਨਾਲ ਉਹ ਇਸ ਧਰਤੀ ਦੇ ਵਿੱਚ ਜਦੋਂ ਆਏ ਉਹਨਾਂ ਨੇ ਹੌਲੀ ਹੌਲੀ ਖਾਣਾ ਕੱਪੜੇ ਅੱਗ ਦਾ ਜਿੱਦਾਂ ਉਹਨਾਂ ਨੇ ਇੱਕ ਇਨਵੈਂਟ ਕੀਤਾ ਕਿੱਦਾਂ ਇਨਵੈਂਟ ਕੀਤਾ ਸੋ ਇਹ ਸਾਰੀ ਚੀਜ਼ਾਂ ਦੇ ਪ੍ਰਤੀ ਕਿਆ ਰਹੀ ਸੀਗੀ ਕੁਛ ਨਾ ਕੁਛ ਕਰਨ ਦੀ ਖਾਣਾ ਖਾਣ ਦੀ ਜਾਂ ਫਿਰ ਸ਼ਿਕਾਰ ਕਰਨ ਦੀ ਖਾਣਾ ਫਰੂਟਸ ਨੂੰ ਕੱਟ ਕੇ ਖਾਣ ਦੀ ਧੋਣ ਦੀ ਪਾਣੀ ਪੀਣ ਦੀ ਤੇ ਸੌਣ ਦੀ ਇਹ ਜਿਹੜੀ ਇੱਕ ਨੀਡ ਆ ਉਹ ਕਿੱਥੋਂ ਡਰਾਈਵ ਹੋਈ ਸੀਗੀ ਸੋ ਉਹ ਜਿਹੜੀ ਐਵੋਲਿਊਸ਼ਨਰੀ ਪਰਸਪੈਕਟਿਵ ਹੈ ਇੱਕ ਐਵੋਲਿਊਸ਼ਨਰੀ ਜਿਹੜੀ ਅਪਰੋਚ ਆਪਣੇ ਸਾਹਮਣੇ ਬਣ ਕੇ ਆਈ ਸੋ ਸਭ ਤੋਂ ਪਹਿਲੀ ਥਿਊਰੀ was on the basis of motivation which was evolutionary कि ਇਹ ਚੀਜ਼ ਜਦੋਂ evolute ਹੋ ਰਹੀ ਸੀਗੀ so there was that motivation there was that kick कि I want to do something in my life ਜਾਂ ਫਿਰ ਮੈਂ ਕਿਸੇ ਚੀਜ਼ ਨੂੰ ਫਾਈਂਡ ਆਊਟ ਕਰਨਾ ਚਾਹੁੰਦੀ ਹਾਂ ਬੇਸ਼ੱਕ ਉਸ ਚੀਜ਼ ਨੂੰ ਲੈ ਕੇ ਕੁਝ ਇਨਵੈਂਸ਼ਨਸ ਨਹੀਂ ਹੈਗੀਆਂ ਨੇ ਸੋ ਇੱਕ ਮੋਟੀਵੇਸ਼ਨ ਬਣੀ ਕਿ ਮੇਰਾ ਗੋਲ ਇਹ ਹੈ ਕਿ ਮੈਨੂੰ ਲਾਈਕ ਮੰਨ ਲਓ ਏਸੀ ਹੈ ਹੁਣ ਮੈਨੂੰ ਗਰਮੀ ਲੱਗ ਰਹੀ ਹੈ ਸੋ ਆਈ ਵਾਂਟ ਸਮ ਇਨਵੈਂਸ਼ਨ ਕਿ ਜਿਹਦੇ ਨਾਲ ਮੈਂ ਕੋਈ ਇਹੋ ਜਿਹੀ ਚੀਜ਼ ਨੂੰ ਮੈਂ ਇਨਵੈਂਟ ਕਰ ਸਕਾਂ ਜਿਹੜੀ ਮੇਰੀ ਜਿਹੜਾ ਗੋਲ ਹੈ ਕਿ ਮੈਨੂੰ ਗਰਮੀ ਨਾ ਲੱਗੇ ਮੈਨੂੰ ਏਸੀ ਲਾਈਕ ਕੋਈ ਕੂਲਿੰਗ ਵਾਲੀ ਚੀਜ਼ ਰਵੇ ਸੋ ਇੱਕ ਕੂਲਿੰਗ ਵਾਲਾ ਜਿਹੜਾ ਐਲੀਮੈਂਟ ਮੇਰੀ ਲਾਈਫ ਦੇ ਵਿੱਚ ਰਵੇ ਇਨ ਸਮਰਸ ਸੋ ਐਦਾਂ ਹੀ ਏਸੀ ਇਨਵੈਂਟ ਹੋਇਆ ਸੀਗਾ ਸੋ ਜਿਨ੍ਹਾਂ ਨੇ ਏਸੀ ਇਨਵੈਂਟ ਕੀਤਾ ਸੀ ਕੂਲਰ ਇਨਵੈਂਟ ਕੀਤਾ ਸੀ ਫੈਨ ਹੋ ਗਏ ਸੋ ਦੇ ਇਨਵੈਂਟਡ ਇਟ ਔਨ ਦ ਬੇਸਿਸ ਆਫ ਦ ਗੋਲ ਕਿ ਮੈਂ ਇਸ ਗੋਲ ਨੂੰ ਪ੍ਰਾਪਤ ਕਰਨਾ ਹੈ ਉਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਮੈਨੂੰ ਸਟੇਜਸ ਤੋਂ ਨਿਕਲਣਾ ਪਏਗਾ ਉਸ ਨੂੰ ਇਨਵੈਂਟ ਕਰਨਾ ਪਏਗਾ only after that I will be able to get what I want ਜਿਹੜਾ ਮੇਰਾ ਇੱਕ end goal ਹੈ ਮੈਂ ਉਸ ਚੀਜ਼ ਤੱਕ ਪਹੁੰਚ ਪਾਉਂਗੀ Second is drive reduction model. So drive reduction model is on the basis of the goals that are on the basis of my arousal और माई ड्राइव यानी ਜਿਹੜੀ ਚੀਜ਼ ਨੂੰ ਮੈਂ ਪ੍ਰਾਪਤ ਕਰਨਾ ਚਾਹੁੰਦੀ ਹਾਂ ਐਂਡ ਉਸ ਚੀਜ਼ ਦੇ ਪ੍ਰਤੀ ਜਿਹੜੀ ਮੇਰੀ ਇੱਕ ਅਪਰੋਚ ਰਹਿੰਦੀ ਹੈ ਇਟ ਕੁਡ ਬੀ ਔਨ ਦ ਬੇਸਿਸ ਆਫ ਦ ਸਿੰਪਲ 3 ਸਟੇजेस ਆਫ ਆਰ ਮੋਟੀਵੇਸ਼ਨ ਸੋ ਮੋਟੀਵੇਸ਼ਨ ਦੀਆਂ 3 ਸਿੰਪਲ ਸਟੇजेस ਕਿਆ ਸੀਗੀਆਂ ਡਰਾਈਵ ਅਰਾਊਜ਼ਲ ਐਂਡ ਦੈਨ ਗੋਲ सो सब तो पहला जी अपनी ड्राइव है ड्राइव कुड बी ऑन द बेसिस ऑफ इंटरनल लेवल एक्सटर्नल लेवल सो दे इंट्रोड्यूस दिस मॉडल ऑन द बेसिस ऑफ द ड्राइव जी अपनी इंट्रिंसिक एक्सट्रिंसिक लेवल ते अपने अंदर रहती है तो जी एक इंट्रिंसिक होंगी है वो अपने इंटरनल लेवल्स तो आती है एंड वेयर एज जी एक्सट्रिंसिक लेवल है या जी एक्सट्रिंसिक रिडक्शन है दैट इज ऑन द बेसिस ऑफ आर सोसाइटल और आर इन्वायरमेंट और डिफरेंट टू आर इंटरनल नीड्स Third is optimal arousal model. The optimal arousal model is all on the basis of the arousal need. किसी भी चीज़ ਨੂੰ ਕਰਨ ਦੀ ਜਿਹੜੀ ਇੱਛਾ ਹੁੰਦੀ ਹੈ ਡਰਾਈਵ ਹੁੰਦੀ ਹੈ ਉਹ ਹਮੇਸ਼ਾ ਆਪਾਂ ਨੂੰ ਅਰਾਊਜ਼ ਕਰਦੀ ਹੈ ਉਸ ਚੀਜ਼ ਤੱਕ ਪਹੁੰਚਣ ਲਈ ਅਰਾਊਜ਼ ਯਾਨੀ ਉਸ ਚੀਜ਼ ਨੂੰ ਲੈ ਕੇ એનર્ਜੀ ਦਿੰਦੀ ਹੈ ਕਿਕ ਸਟਾਰਟ ਦਿੰਦੀ ਹੈ ਇੱਕ ਮੋਟੀਵੇਸ਼ਨ ਦਿੰਦੀ ਹੈ ਔਰ ਇਵਨ ਆਪਾਂ ਨੂੰ ਪਾਵਰ ਦਿੰਦੀ ਹੈ to get set towards our need or our basis of our motivation that we want from our life. So the optimal arousal model is on the basis of the needs. Needs could be primary or needs could be secondary. So primary needs are like kapda, pani, makan, खाना पीना ठीक है जिस सेफ्टी मतलब जो अपन अपने घर तो एक सेफ्टी मिलती है या चार दीवारी तो मिलती है ਸੈਕੰਡਰੀ ਇਜ਼ ਜਿਹੜੀ ਵੀ ਚੀਜ਼ਾਂ ਆਪਣੇ ਐਕਸਪੀਰੀਐਂਸਿਸ ਦੇ ਵਿੱਚ ਆਉਂਦੀਆਂ ਨੇ ਆਫਟਰ ਆਰ ਪ੍ਰਾਇਮਰੀ ਨੀਡਸ ਜੋ ਆਪਣੀ ਪ੍ਰਾਇਮਰੀ ਨੀਡਸ ਤੋਂ ਆਪਾਂ ਨੂੰ ਜੋ ਵੀ ਐਕਸਪੀਰੀਐਂਸਿਸ ਆਉਂਦੇ ਨੇ ਕਿ ਦੈਟ ਰੋਟੀ ਕੱਪੜਾ ਮਕਾਨ ਤੋਂ ਇਲਾਵਾ ਜੋ ਮੈਨੂੰ ਇਸ ਚੀਜ਼ ਦੇ ਵਿੱਚ
इस चीज़ से जो मैंने ऊपर उठ के चाहिए है, दैट इज़ आर सेकेंडरी नीड्स एंड दैट्स हाउ आर सेकेंडरी नीड्स वर्क. Fourth is incentive theories. So there were multiple incentive theories that different psychologists and their team worked, and their researchers invented the incentive theories. Incentive theory basically talks about ਦ ਰਿਵਾਰਡ, ਔਰ ਜਿਹੜੀ ਵੀ ਚੀਜ਼ ਆਪਾਂ ਕੋਈ ਚੀਜ਼ ਇੱਕ ਹਾਸਿਲ ਕਰਦੇ ਹਾਂ ਤਾਂ ਆਪਾਂ ਨੂੰ ਵਰਕ ਲੈਵਲ ਤੇ ਵਰਕ ਪਲੇਸ ਤੇ ਆਪਾਂ ਨੂੰ ਕਿੱਦਾਂ ਉਸ ਚੀਜ਼ ਨੂੰ ਲੈ ਕੇ ਇੱਕ ਸਨਮਾਨਿਤ ਕੀਤਾ ਜਾਂਦਾ ਹੈ, ਆਪਾਂ ਨੂੰ ਰਿਵਾਰਡ ਮਿਲਦਾ ਹੈ. ਸੋ ਦੈਟ ਇਜ਼ ਆਰ ਇਨਸੈਂਟਿਵ. ਕਲਾਸ ਦੇ ਵਿੱਚ ਜੇ ਆਪਾਂ ਫਸਟ ਆਏ ਹੈ ਤਾਂ ਟੀਚਰ ਆਪਾਂ ਨੂੰ ਕਲੈਪ ਕਰਦੀ ਹੈ, ਜਾਂ ਆਪਣਾ ਨੇਮ ਫਸਟ ਸੈਕਿੰਡ ਥਰਡ ਦਾ ਬੋਰਡ ਦੇ ਉੱਤੇ ਪੀਟੀਐਮ ਤੇ ਲਿਖਿਆ ਹੁੰਦਾ ਹੈ ਕਿ ਹੂ ਕੇਮ ਫਸਟ ਇਨ ਦਾ ਕਲਾਸ ਐਂਡ ਸੈਕਿੰਡ ਕੌਣ ਹੈ, ਥਰਡ ਕੌਣ ਹੈ, ਤਾਂ ਕਿ ਉਸਨੂੰ ਇੱਕ ਐਪਰੀਸੀਏਸ਼ਨ ਮਿਲ ਸਕੇ. ਉਹ ਐਪਰੀਸੀਏਸ਼ਨ ਇਸ ਕਰਕੇ ਦਿੱਤੀ ਜਾਂਦੀ ਹੈ ਤਾਂ ਕਿ ਸਾਰੇ ਵੀ ਮੋਟੀਵੇਟ ਹੋਣ ਤੇ ਜਿਹੜਾ ਬੱਚੇ ਨੂੰ ਦਿੱਤੀ ਗਈ ਹੈ ਉਸਨੂੰ ਇੱਕ ਕਿੱਕ ਰਵੇ ਕਿ ਮੈਂ ਇਸ ਚੀਜ਼ ਨੂੰ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ, ਇਸ ਮੋਟੀਵੇਸ਼ਨ ਨੂੰ ਮੈਂ ਬਰਕਰਾਰ ਰੱਖਣਾ ਹੈ ਤਾਂ ਕਿ ਮੈਨੂੰ ਇੱਦਾਂ ਹੀ ਸਾਰੇ ਮੈਨੂੰ ਮੋਟੀਵੇਟ ਕਰ ਸਕਣ ਤੇ ਮੈਨੂੰ ਇੱਕ ਲਾਈਫ ਦੇ ਵਿੱਚ ਜਿਹੜਾ ਇੱਕ ਗੋਲ ਹੈ ਕਿ ਮੈਂ ਇਸ ਚੀਜ਼ ਨੂੰ ਬੈਲੈਂਸ ਆਊਟ ਕਰ ਸਕਾਂ, ਦੈਟ ਆਈ ਵਾਂਟ ਟੂ ਅਚੀਵ ਦਿਸ, ਤੇ ਮੈਂ ਉਸ ਬਾਉਂਡਰੀ ਤੋਂ ਕ੍ਰਾਸ ਨਾ ਕਰਕੇ ਮਤਲਬ ਮੈਂ ਨੀਚੇ ਨਾ ਆਵਾਂ ਬਲਕਿ ਮੈਂ ਹਮੇਸ਼ਾ ਅਪਵਰਡਸ ਡਾਇਰੈਕਸ਼ਨ ਵੱਲ ਹੀ ਮੈਂ ਆਪਣੀ ਲਾਈਫ ਤੇ ਚੱਲ ਸਕਾਂ. Fifth is cognitive approaches towards our motivation. So cognitive is what we use our where we use our brain in terms of problem solving, calculating. ਇਹ ਚੀਜ਼ਾਂ ਦੇ ਵਿੱਚ ਕਿਸੇ ਚੀਜ਼ ਨੂੰ ਸੋਲਵ ਕਰਨਾ ਆਪਣੇ ਮੈਂਟਲ ਪ੍ਰੋਸੈਸਿਸ ਦੇ ਵਿੱਚ, ਜਿਹਦੇ ਵਿੱਚ ਆਪਾਂ ਦਿਮਾਗ ਲਗਾਉਂਦੇ ਹਾਂ, ਜਿੱਥੇ ਆਪਣਾ ਦਿਮਾਗ ਮਸ਼ੀਨ ਵਾਂਗ ਵਰਕ ਕਰਨ ਨੂੰ ਆਪਾਂ ਮਜਬੂਰ ਕਰ ਦਿੰਦੇ ਹਾਂ, that is our cognitive approach. So cognitive approach towards motivation could be the motivation on the basis of our intrinsic or our extrinsic level. So cognitive is where we use our thought processes, our problem solving skills, our management skills. ਜਿਹੜੀ ਵੀ ਚੀਜ਼ ਦੇ ਵਿੱਚ ਆਪਾਂ ਆਪਣੀ ਆਪ ਦੇ ਉੱਤੇ ਕੰਟਰੋਲ ਲੈ ਕੇ ਆ ਪਾਉਂਦੇ ਹਾਂ, ਕੰਟਰੋਲ ਦੇ ਨਾਲ ਉਸ ਚੀਜ਼ ਨੂੰ ਇੱਕ ਸਕਿਲਫੁਲ ਮੈਨਰ ਦੇ ਨਾਲ ਇੱਕ ਕਲੈਰਿਟੀ ਦੇ ਨਾਲ ਆਪਾਂ ਜਦੋਂ ਚੱਲ ਪਾਉਂਦੇ ਹਾਂ, that is known as our cognitive approach towards our motivation. And that was what taught in the theories, in the theory of our cognitive approaches. Sixth is goal setting theory. Now goal setting theory again talks about the basic levels towards a goal oriented strategies towards getting the goal, towards achieving what we want to achieve or accomplish in our life. So this goal settings helps in setting up our goal कि मैंने कुछ एक चीज़ ਨੂੰ ਜੇ ਮੈਂ ਪ੍ਰਾਪਤ ਕਰਨਾ ਹੈ, ਹਾਸਿਲ ਕਰਨਾ ਹੈ, ਤਾਂ ਉਸ ਨੂੰ ਕਰਨ ਦੇ ਲਈ ਮੈਨੂੰ ਕਿਹੜੇ ਸਟੇजेस ਦੇ ਵਿੱਚ ਗੁਜ਼ਰਨਾ ਪਏਗਾ, ਕਿਆ ਇਹੋ ਜਿਹੀਆਂ ਚੀਜ਼ਾਂ ਮੈਨੂੰ ਆਪਣੀ ਲਾਈਫ ਦੇ ਵਿੱਚ ਔਰ ਆਪਣੇ ਗੋਲ ਦੇ ਵਿੱਚ ਮੈਨੂੰ ਇਨਕਲੂਡ ਕਰਨਾ ਪਏਗਾ, ਕਿਹੜੀਆਂ ਸਟ੍ਰੈਟਜੀਜ਼ ਹੋਣਗੀਆਂ, ਕਿਹੜਾ ਇੱਕ ਪਲਾਨ ਹੋਏਗਾ ਜਿਹੜਾ ਮੈਂ ਆਊਟਪੁੱਟ ਕਰੂੰਗਾ ਤੇ ਮੈਂ ਆਪਣੇ ਗੋਲ ਤੱਕ ਪਹੁੰਚ ਪਾਊਂਗਾ. ਸੋ this is how our goal setting basis of our motivation works. Seventh is hierarchical model. This model was given by Ivan Maslow. This theory plays a huge role in our day-to-day life, and a theory upon we not only study in psychological perspective but also in the workplace or in business setup, that how our needs work ਤੇ ਆਪਾਂ ਜਿਹੜੀ ਆਪਣੀਆਂ ਨੀਡਸ ਨੇ ਉਸ ਚੀਜ਼ ਨੂੰ ਫੁੱਲਫਿਲ ਕਰਨ ਦੇ ਲਈ ਆਪਾਂ ਨੂੰ ਕਿਆ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਤਾਂ ਕਿ ਜਿਹੜੀਆਂ ਆਪਣੀਆਂ ਨੀਡਸ ਨੇ ਉਹ ਫੁੱਲਫਿਲ ਹੋ ਸਕਣ. ਸੋ ਮੈਸਲੋ ਨੇ ਜਿਹੜੀ ਇਹ ਥਿਊਰੀ ਦਿੱਤੀ ਸੀ, ਇਟ ਵਾਸ ਵਨ ਆਫ ਦੀ ਮੋਸਟ ਇੰਪੋਰਟੈਂਟ basic and famous theories among all the theories of our entire psychology subject. So first theory was the basic so first level was our basic level ਜਿਸ ਤੋਂ ਆਪਾਂ ਆਪਣੀ ਨੀਡ ਨੂੰ ਫੁੱਲਫਿਲ ਕਰਦੇ ਹਾਂ. So first need is our physiological needs, which comes under the category of our biological needs, that is roti kapda makan. ਰੋਟੀ ਆਪਣੀ ਜਿਹੜੀ ਭੁੱਖ ਹੈ, ਆਪਣਾ ਜਿਹੜੀ ਪਿਆਸ ਹੈ ਉਸ ਚੀਜ਼ ਨੂੰ ਮਿਟਾਉਣ ਲਈ, ਕੱਪੜਾ ਆਪਣੀ ਬੋਡੀ ਨੂੰ ਢੱਕਣ ਦੇ ਲਈ ਤਾਂ ਕਿ ਆਪਾਂ ਠੰਡ ਜਾਂ ਫਿਰ ਗਰਮੀ ਤੋਂ ਬਚ ਸਕੀਏ, ਉਸ ਚੀਜ਼ ਦੇ ਲਈ ਆਪਣੀ ਬੋਡੀ ਨੂੰ ਬਚਾ ਕੇ ਰੱਖ ਸਕੀਏ, ਉਸ ਚੀਜ਼ ਦੇ ਲਈ ਕੱਪੜਾ, ਤੇ ਮਕਾਨ ਆਪਣੇ ਆਪ ਨੂੰ ਸ਼ੈਲਟਰ ਦੇਣ ਦੇ ਲਈ, ਆਪਣੇ ਆਪ ਨੂੰ ਗਰਮੀ ਤੋਂ, ਠੰਡ ਤੋਂ, ਕਿਸੇ ਨਾ ਕਿਸੇ ਇੱਕ ਇਨਵਾਇਰਮੈਂਟਲ ਨੀਡਸ ਤੋਂ, ਜਿਹੜੀ ਚਾਹੇ ਬਾਰਿਸ਼ ਹੋ ਰਹੀ ਹੈ ਜਾਂ ਫਿਰ ਕਾਫੀ ਜ਼ਿਆਦਾ ਧੁੱਪ ਹੈ, ਉਸ ਚੀਜ਼ ਤੋਂ ਬਚਾ ਕੇ ਰੱਖਣ ਦੇ ਲਈ ਉਸ ਚੀਜ਼ ਦੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ, ਜੋ that is our physiological need.
सो ये जिहड़ी अपनी फिजियोलॉजिकल नीड है, ये रोटी कपड़ा मकान, ये अपनी बेसिक नीड है। ये बेसिक नीड अपनी एक अमीर तो लेके गरीब, या काफ़ी ज़्यादा गरीब तो लेके काफ़ी ज़्यादा अमीर इंसान तो लेके हर एक दे ਲਈ फिजियोलॉजिकल नीड एक अहम भूमिका निभाती है अपनी लाइफ ਦੇ ਵਿੱਚ। एंड ये अपनी बिल्कुल बेसिक लैवल ਤੇ अपनी नीड है, दैट इज फिजियोलॉजिकल नीड। Second is safety needs. So this comes after our physiological needs. So ਜਿਹੜੀ अपनी safety needs है, safety needs are the part of ਆਰ ਸੇਫਟੀ, ਜਿੱਥੋਂ ਆਪਾਂ ਬਿਲੋਂਗ ਕਰਦੇ ਹਾਂ, ਜਿੱਥੇ ਆਪਾਂ ਰਹਿੰਦੇ ਹਾਂ, ਕਿ ਆਪਾਂ ਨੂੰ ਉੱਥੇ ਸੇਫਟੀ ਹੈ, ਕਿ ਆਪਾਂ ਇੱਕ ਇਹੋ ਜਿਹੀ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ ਜਿੱਥੇ ਆਪਣਾ ਘਰ ਹੈ ਉਹ ਸੇਫ ਹੈ ਜਾਂ ਨਹੀਂ ਹੈ, ਕਿਤੇ ਆਪਾਂ ਜੰਗਲਾਂ 'ਚ ਤਾਂ ਨਹੀਂ ਰਹਿ ਰਹੇ ਹੈਗੇ। ਸੋ ਉਹ ਇੱਕ ਸੇਫਟੀ ਦਾ ਇੱਕ ਕੁਐਸਚਨ ਮਾਰਕ ਕ੍ਰੀਏਟ ਕਰ ਦਿੰਦਾ ਹੈ। ਸੋ ਜਿਹੜਾ ਫਿਜ਼ੀਓਲੋਜੀਕਲ ਨੀਡ ਹੈ, ਜੋ ਆਪਣਾ ਬਾਇਓਲੋਜੀਕਲ ਨੀਡ ਤੋਂ ਬਾਅਦ ਆਉਂਦਾ, दैट इज आवर सेफ्टी नीड। सो सेफ्टी नीड्स टॉक्स अबाउट आर सेफ्टी, ਜਿਹੜੀ ਆਪਾਂ जिस इन्वायरमेंट 'ਚ ਰਹਿ ਰਹੇ ਹਾਂ ਜਾਂ जिस सोसाइटी 'ਚ ਰਹਿ ਰਹੇ ਹਾਂ ਜਾਂ ਜਿੱਥੇ ਆਪਣਾ ਘਰ ਹੈ, क्या ਆਪਾਂ ਉੱਥੇ ਸੇਫ ਹੈ, ਜਾਂ ਜਿੱਥੇ ਆਪਾਂ ਕੰਮ ਕਰਨ ਜਾ ਰਹੇ ਹਾਂ ਜਾਂ ਜੋ ਵੀ ਆਪਾਂ ਰਸਤਾ ਤੈਅ ਕਰ ਰਹੇ ਹਾਂ, क्या ਆਪਾਂ ਸੇਫ ਹੈ। ਸੋ ਸੇਫਟੀ ਨੀਡਸ ਟਾਕਸ ਅਬਾਊਟ ਆਰ ਨੀਡਸ, ਆਰ ਰਾਈਟਸ, ਕਿ ਜਿੱਥੇ ਆਪਾਂ ਚੱਲ ਰਹੇ ਹਾਂ, ਜਿੱਥੇ ਆਪਾਂ ਹੈਗੇ ਹਾਂ, ਜਿਸ ਸੁਸਾਇਟੀ ਜਾਂ ਜਿਸ ਲੈਵਲ ਤੇ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਰਹਿ ਰਹੇ ਹਾਂ, ਕਿ ਆਪਾਂ ਨੂੰ ਸੇਫਟੀ ਪ੍ਰੋਵਾਈਡ ਕਰ ਰਿਹਾ, ਕਿ ਆਪਾਂ ਨੂੰ ਇੱਕ ਬਚਾਅ ਦੇ ਰਿਹਾ ਹੈ। थर्ड कम्स लव एंड बिलोंगिंगनेस नीड। सो दिस थर्ड बिलोंगिंगनेस नीड है ਜਿਹੜੀ, सो दिस मीन्स कि ਆਪਾਂ किसी कम्यूनिटी ਦੇ ਨਾਲ, सोसाइटी ਦੇ ਨਾਲ, रिलेशनस ਦੇ ਨਾਲ ਆਪਾਂ बिलोंग करते हैं या नहीं। सो बिलोंगिंगनेस नीड यानी ਜਿਹੜੀ ਮੇਰੀ सोसाइटी है, ਜਿਹੜੀ ਮੇਰੀ कम्यूनिटी है, मैं उस नाम तो जानी जानी है, या वो लोग मैनू उस नाम तो जानते हैं जिस सोसाइटी तो, जिस कम्यूनिटी तो, या जिस फैमिली तो मैं, जो मेरा बैकग्राउंड है, जिस तो मैं इस दुनिया ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੈਂ ਆਪਣੇ ਆਪ ਨੂੰ ਰਿਫਲੈਕਟ ਕਰ ਪਾ ਰਹੀ ਹਾਂ, ਉਹ ਮੇਰੇ ਰਿਲੇਸ਼ਨਸ਼ਿਪਸ, ਮੇਰੀ सोसाइटी, मेरी कम्यूनिटी ही ਮੈਨੂੰ ਬਿਲੋਂਗ ਕਰਵਾਉਂਦੀ ਹੈ। ਮੈਂ ਉਹਨਾਂ ਤੋਂ ਬਿਲੋਂਗ ਕਰਦੀ, ਮੈਂ ਉਹਨਾਂ ਦਾ ਪਾਰਟ ਹੈ, ਮੈਂ ਉਹਨਾਂ ਨੂੰ ਐਸੋਸੀਏਟ ਕਰਦੀ ਹਾਂ। ਥਰੂ देयर ਐਸੋਸੀਏਸ਼ਨ ਹੀ ਮੇਰਾ ਨਾਮ ਹੈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਈ ਹਾਂ। ਤੇ ਜਿਹੜਾ ਪਿਆਰ ਹੈ, ਦ ਲਵ ਐਂਡ ਬਿਲੋਂਗਿੰਗਨੈਸ, ਦ ਫੈਮਿਲੀ ਜਿੱਥੋਂ ਮੈਂ ਆ ਰਹੀ ਹਾਂ, ਮੇਰੇ ਮਾਂ ਬਾਪ, ਮੇਰੇ ਦਾਦਾ ਦਾਦੀ, ਮੇਰੇ ਫੈਮਿਲੀ, ਮੇਰੇ ਸਿਬਲਿੰਗਸ, ਇਹ ਸਭ ਜਿਨ੍ਹਾਂ ਤੋਂ ਮੈਨੂੰ ਇੱਕ ਅਹਿਸਾਸ ਹੁੰਦਾ ਹੈ ਕਿ ਮੈਨੂੰ ਇਸ ਦੁਨੀਆ ਦੇ ਵਿੱਚ ਰਹਿਣ ਦਾ ਤੇ ਹੱਕ ਹੈ, ਤੇ ਜਿਹੜੇ ਇਹ ਲੋਕ ਨੇ ਇਹ ਮੇਰਾ ਹੀ ਪਾਰਟ ਨੇ, ਤੇ ਮੈਂ ਇਹਨਾਂ ਦੇ ਨਾਲ ਜੁੜੀ ਹੋਈ ਹਾਂ ਕਿਸੇ ਨਾ ਕਿਸੇ ਇੱਕ ਚੀਜ਼ ਦੇ ਨਾਲ, ਜੋ ਮੇਰਾ ਇੱਕ ਰਿਲੇਸ਼ਨਸ਼ਿਪ ਹੈ, दैट इज ਐਸੋਸੀਏਟਿਡ ਵਿਦ them। ਸੋ ਜਿਹੜੀ ਆਪਣੀਆਂ ਇਹ ਮੈਸਲੋ ਦੀ ਜਿਹੜੀ ਇਹ ਹਾਇਰਾਰਕੀ ਨੀਡ ਦਿੱਤੀ ਸੀਗੀ, तो ਜਿਹੜੀ ਇਹ ਫਸਟ 3 ਨੀਡਸ ਨੇ ਬੇਸਿਕ, ਇਹ ਬੇਸਿਕ ਨੀਡਸ ਦੇ ਵਿੱਚ ਆ ਜਾਂਦੇ ਨੇ। ਫਿਜ਼ੀਓਲੋਜੀਕਲ ਨੀਡਸ, ਸੇਫਟੀ ਨੀਡਸ ਐਂਡ ਲਵ ਐਂਡ ਬਿਲੋਂਗਿੰਗਨੈਸ ਨੀਡਸ। ਇਹ ਹਰ ਇੱਕ ਇਨਸਾਨ ਦੇ ਲਈ ਇੰਪੋਰਟੈਂਟ ਰੋਲ ਪਲੇ ਕਰਦੀਆਂ। ਇਹ ਤਿੰਨੋਂ ਹੀ ਜਿਹੜੀਆਂ ਨੀਡਸ ਨੇ, ਇਹ ਆਪਣੀ ਲਾਈਫ ਦੇ ਵਿੱਚ ਇੰਪੋਰਟੈਂਟ ਕਰੈਕਟਰ ਪਲੇ ਕਰਦੀਆਂ ਨੇ, ਰੋਲ ਪਲੇ ਕਰਦੀਆਂ ਨੇ, ਐਂਡ ਇਹ ਆਪਣੀ ਨੀਡ ਬਣ ਜਾਂਦੇ ਨੇ, ਚਾਹੇ ਉਹ ਅਮੀਰ ਹੈ, ਗਰੀਬ ਹੈ। ਇਹ ਸਾਰੀ ਨੀਡਸ ਆਪਣੀ ਇੰਪੋਰਟੈਂਟ ਇੱਕ ਬੇਸਿਕ ਨੀਡਸ ਦੇ ਵਿੱਚ ਦੇਖਿਆ ਜਾਂਦਾ ਹੈ। ਵੇਅਰ ਐਜ਼ ਜਿਹੜੀ ਆਪਣੀ 4th ਨੀਡ ਤੇ 5th ਨੀਡ ਹੈ, these are on the above level। ਇਹ ਆਪਾਂ ਨੂੰ ਇੱਕ ਹਾਇਰਾਰਕੀਕਲ ਲੈਵਲ ਤੇ ਜੇ ਆਪਾਂ ਦੇਖਿਆ ਜਾਈਏ ਤਾਂ ਨੀਚੇ ਤੋਂ ਉੱਪਰ ਤੱਕ ਜਿਵੇਂ ਜਿਵੇਂ ਆਪਾਂ ਜਾਂਦੇ ਹਾਂ ਤਾਂ ਇੱਕ ਟਿਪ ਬਣਦੀ ਜਾਂਦੀ ਹੈ। ਸੋ ਆਪਣੀ ਐਸਟੀਮ ਨੀਡਸ ਹੈ ਕਿ ਜਿੱਥੇ ਆਪਾਂ ਕੋਈ ਕੰਮ ਕਰਦੇ ਹਾਂ, ਕੁਝ ਵੀ ਕਰਦੇ ਹਾਂ, ਆਪਣੀ ਇੱਕ ਨੀਡ ਹੁੰਦੀ ਹੈ ਕਿ ਆਪਾਂ ਆਪਣੇ ਆਪ ਨੂੰ ਪ੍ਰੂਫ ਕਰ ਸਕੀਏ ਕਿ ਦਿਸ ਇਜ਼ ਵਾਟ आई एम कैपेबल ऑफ, कि क्या क्या चीज़ां मेरे अंदर एक जी शक्ति है कि मैं उस चीज़ ਨੂੰ प्राप्त कर सकती हाँ। मेरी एस्टीम नीड्स मैनू हैल्प करती है एक्सप्लेन करने ਦੇ ਵਿੱਚ दैट व्हाट आई एम कैपेबल ऑफ। ਤੇ ਜਿਹੜੀ ਆਪਣੀ esteem needs है, esteem is like our self esteem, to in order to create that confidence power ਹੁੰਦੀ ਹੈ ਜਿਹੜੀ ਆਪਣੇ ਅੰਦਰ, ਕਿ ਆਪਾਂ ਆਪਣੇ ਆਪ ਨੂੰ ਰਿਫਲੈਕਟ ਕਰ ਸਕਦੇ ਹਾਂ ਆਪਣੇ ਕੈਪੇਬਿਲਿਟੀਜ਼, ਆਪਣੇ ਵਰਕ ਨੂੰ ਲੈ ਕੇ, ਆਪਣੇ ਵਰਕ ਪਲੇਸ ਦੇ ਵਿੱਚ ਜਾਂ ਆਪਣੇ ਫੈਮਿਲੀ ਲੈਵਲਸ, ਜੋ ਵੀ ਆਪਣੀਆਂ ਫੈਮਿਲੀ ਰਿਲੇਟਡ ਆਪਣੀਆਂ ਇੱਕ ਰਿਸਪੌਂਸਿਬਿਲਿਟੀਜ਼ ਰਹਿੰਦੀਆਂ, ਆਪਾਂ ਉਸ ਚੀਜ਼ ਨੂੰ ਕਿੰਨੇ ਬਖੂਬੀ ਦੇ ਨਾਲ ਨਿਭਾ ਪਾਉਂਦੇ ਹਾਂ, ਜੋ ਆਪਾਂ ਨੂੰ ਬਾਕੀਆਂ ਨਾਲੋਂ ਥੋੜ੍ਹਾ ਜਿਹਾ ਅਲੱਗ ਰਿਫਲੈਕਟ ਕਰ ਸਕਦੀ ਹੈ, ਯੂਨੀਕ ਸ਼ੋ ਕਰਦੀ ਹੈ। Then is self-actualization. So self-actualization is towards the feeling कि जो ਆਪਾਂ ਲਾਈਫ ਜੋ ਆਪਣੀ ਚੱਲਦੀ ਆ ਰਹੀ ਹੈ, ਜੋ ਵੀ ਹੁਣ ਤੱਕ ਆਪਾਂ ਕੀਤਾ ਆਪਣੀ ਲਾਈਫ ਦੇ ਵਿੱਚ ਕਰਦੇ ਆ ਰਹੇ ਹਾਂ, ਉਹ ਜਿਹੜੀ ਇੱਕ ਨੀਡ ਹੈ, ਇੱਕ ਐਕਚੁਅਲਾਈਜ਼ ਨੀਡ ਜਿਹੜੀ ਆਪਾਂ ਇੱਥੇ ਪੈਦਾ ਹੋਏ ਹਾਂ, ਤੇ ਆਪਾਂ ਆਪਣੀ ਜਿਹੜੀ ਮੋਟਿਵ ਹੈ ਉਸ ਚੀਜ਼ ਨੂੰ ਜਿਹੜਾ ਆਪਾਂ ਫੁੱਲਫਿਲ ਕਰਨਾ ਹੈ, ਉਹ ਆਪਣੀ ਸੈਲਫ ਐਕਚੁਅਲਾਈਜ਼ ਜਿਹੜੀ ਹਾਇਰਾਰਕੀਕਲ ਲੈਵਲ ਤੇ ਜਿਹੜਾ ਟਿਪ ਤੇ ਬੈਠੀ ਹੈ, ਟਿਪ ਤੇ ਰਹਿੰਦੀ ਹੈ, दैट इज़ अ ਸੈਲਫ ਐਕਚੁਅਲਾਈਜ਼ੇਸ਼ਨ ਨੀਡ, दैट ਜੋ ਮੈਂ ਕਰ ਰਹੀ ਹਾਂ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਅਕੰਪਲਿਸ਼ ਕਰ ਪਾਈ ਹਾਂ ਕਿ ਨਹੀਂ। ਤੇ ਜਦੋਂ ਇਨਸਾਨ ਉਸ ਚੀਜ਼ ਨੂੰ
ਹਾਸਿਲ ਕਰ ਪਾਉਂਦਾ ਹੈ, ਦੈਟਸ ਹਾਊ ਸੈਲਫ ਐਕਚੁਅਲਾਈਜੇਸ਼ਨ ਨੀਡ ਗੈਟਸ ਫੁਲਫਿਲਡ। ਆਪਾਂ ਫਿਜ਼ੀਓਲੋਜੀਕਲ ਨੀਡ ਨੂੰ ਫੁਲਫਿਲ ਕਰਦੇ ਹਾਂ, ਸੇਫਟੀ ਨੂੰ ਫੁਲਫਿਲ ਕਰਦੇ ਹਾਂ, ਆਪਾਂ ਕਿੱਥੋਂ ਬਿਲੋਂਗ ਕਰਦੇ ਹਾਂ ਉਸ ਚੀਜ਼ ਦੀ ਨੀਡ ਨੂੰ ਫੁਲਫਿਲ ਕਰਦੇ ਹਾਂ ਬਾਈ ਮੇਕਿੰਗ ਫਰੈਂਡਸ਼ਿਪਸ ਹੁੰਦੀਆਂ ਨੇ, ਰਿਲੇਸ਼ਨਸ਼ਿਪਸ ਹੁੰਦੇ ਨੇ, ਐਸਟੀਮ ਨੀਡਸ ਕਿ ਆਪਾਂ ਥੋੜ੍ਹਾ ਜਿਹਾ ਸਟੈਂਡ ਆਊਟ ਕਰਦੇ ਹਾਂ ਬਾਕੀਆਂ ਦੇ ਨਾਲੋਂ। ਇਸ ਤੋਂ ਬਾਅਦ ਆਉਂਦਾ ਆਪਣੀ ਜਿਹੜੀ ਨੀਡ ਹੈ ਸੈਲਫ ਐਕਚੁਅਲਾਈਜੇਸ਼ਨ ਨੀਡ, ਕਿ ਕਿਆ ਜੋ ਮੈਂ ਕਰਨਾ ਚਾਹੁੰਦੀ ਸੀਗੀ ਉਹ ਹਾਸਿਲ ਹੁਣ ਹੋ ਚੁੱਕਿਆ ਹੈ। ਹੁਣ ਉਹ ਜੋ ਜਿਵੇਂ IAS ਆਫਿਸਰ ਬਣਨਾ ਚਾਹੁੰਦਾ ਸੀ ਜਦੋਂ ਇੱਕ ਇਨਸਾਨ ਦਾ ਸਭ ਤੋਂ ਵੱਡਾ ਗੋਲ ਆਪਣੀ ਲਾਈਫ ਦੇ ਵਿੱਚ ਹੁੰਦਾ ਟੂ ਬਿਕਮ IAS ਆਫਿਸਰ, ਐਂਡ ਉਹ ਸੈਲਫ ਐਕਚੁਅਲਾਈਜ਼ ਜਿਹੜੀ ਨੀਡ ਹੈ ਉਹ ਜਦੋਂ ਫੁਲਫਿਲ ਹੋ ਜਾਂਦੀ ਹੈ, ਸੋ ਉਹ ਤੋਂ ਬਾਅਦ ਉਸ ਨੂੰ ਫੀਲ ਆਉਂਦਾ ਕਿ ਜਿਹੜਾ ਮੇਰਾ ਇਸ ਦੁਨੀਆ ਦੇ ਵਿੱਚ ਆਉਣ ਦਾ ਜਿਹੜਾ ਇੱਕ ਪਰਪਸ ਹੈ, ਦਿਸ ਇਜ਼ ਵਾਟ ਸੈਲਫ ਐਕਚੁਅਲਾਈਜੇਸ਼ਨ ਮੀਨਸ, ਦੈਟ ਜਿਹੜਾ ਇਸ ਦੁਨੀਆ ਦੇ ਵਿੱਚ ਆਉਣ ਦਾ ਜਿਹੜਾ ਮੇਰਾ ਇੱਕ ਪਰਪਸ ਹੈ ਹੁਣ ਉਹ ਫੁਲਫਿਲ ਹੋ ਗਿਆ। ਨਾਓ ਆਈ ਕੈਨ ਡਾਈ ਪੀਸਫੁਲੀ। ਹੁਣ ਜਿਹੜਾ ਮੇਰਾ ਡੈਥ ਬੈਡ ਤੇ ਜਦ ਮੈਂ ਹੋਊਂਗਾ ਤਾਂ ਮੈਨੂੰ ਇੱਕ ਪੀਸ ਮਿਲੂਗਾ ਕਿ ਮੈਂ ਜੋ ਹਾਸਿਲ ਕਰਨਾ ਚਾਹੁੰਦਾ ਸੀ ਉਹ ਮੈਂ ਵਾਕਈ ਹੁਣ ਮੈਂ ਕਰ ਚੁੱਕਿਆ। ਹੁਣ ਮੈਨੂੰ ਕਿਸੇ ਚੀਜ਼ ਦਾ ਅਫਸੋਸ ਨਹੀਂ ਹੈ ਕਿ ਜੇ ਮੈਂ ਲਾਈਫ ਦੇ ਵਿੱਚ ਕੋਈ ਚੀਜ਼ ਹਾਸਿਲ ਕੁਝ ਕੀਤਾ ਨਹੀਂ ਕੀਤਾ, ਬਟ ਜਿਹੜੀ ਚੀਜ਼ ਤੋਂ ਮੈਂ ਕਰਨਾ ਚਾਹੁੰਦਾ ਸੀ ਉਸ ਚੀਜ਼ ਦੇ ਵਿੱਚ ਮੈंने ਆਪਣੀ ਜਾਨ ਦਿੱਤੀ, ਪ੍ਰਾਣ ਦਿੱਤੀ, ਮੈਂ ਉਸ ਚੀਜ਼ ਨੂੰ ਹਾਸਿਲ ਕਰਨ ਦੇ ਲਈ ਆਪਣੀ ਜੀ ਜਾਨ ਲਗਾਤੀ, ਉਸ ਚੀਜ਼ ਨੂੰ ਮੈਂ ਹਾਸਿਲ ਕਰ ਲਿਆ ਤੇ ਉਸ ਚੀਜ਼ ਦਾ ਮੈਨੂੰ ਰਿਜ਼ਲਟ ਵੀ ਮਿਲਿਆ। ਐਂਡ ਦਿਸ ਇਜ਼ ਹਾਊ ਦੇ ਕੈਨ ਸੇ ਦੈਟ ਆਈ ਹੈਵ ਸੈਲਫ ਐਕਚੁਅਲਾਈਜੇਸ਼ਨ ਨਾਓ। ਉਹ ਉਸ ਚੀਜ਼ ਨੂੰ ਫੁਲਫਿਲ ਕਰ ਪਾਉਂਦੇ ਹੈ। ਨੋਟ ਐਵਰੀवन कैन डू दैट, ਕੋਈ ਹੀ ਆਪਣੀ ਸੈਲਫ ਐਕਚੁਅਲਾਈਜੇਸ਼ਨ ਵਾਲੀ ਜਿਹੜੀ ਇੱਕ ਪਾਵਰ ਹੈ, ਇੱਕ ਨੀਡ ਹੈ, ਉਸ ਚੀਜ਼ ਨੂੰ ਫੁਲਫਿਲ ਕਰ। 8th is self determination theory. So self determination theory talks about how determined we are towards ourselves। ਜਿਹੜੇ ਆਪਣੇ ਗੋਲਸ ਨੇ ਉਸ ਚੀਜ਼ ਨੂੰ ਲੈ ਕੇ ਆਪਾਂ ਕਿੰਨਾ ਜ਼ਿਆਦਾ ਡਿਟਰਮਿਨਡ ਰਹਿੰਦੇ ਨੇ ਤੇ ਉਸ ਨੀਡ ਨੂੰ ਲੈ ਕੇ ਆਪਾਂ ਕਿੰਨਾ ਜ਼ਿਆਦਾ ਫੋਕਸਡ ਰਹਿ ਪਾਉਂਦੇ ਨੇ। ਸੋ ਇਸ ਚੀਜ਼ ਨੂੰ ਫੁਲਫਿਲ ਕਰਨ ਦੇ ਲਈ देयर आर 3 यूनिवर्सल नीड्स। सो फर्स्ट इज ऑटोनॉमी, सेकंड इज कॉम्पिटेंस एंड थर्ड इज रिलेटेडनेस। हाउ ऑटोनॉमी वर्क्स इज जिथों ਆਪਾਂ ਬਿਲੋਂਗ ਕਰ ਪਾ ਰਹੇ ਤੇ ਆਪਾਂ ਆਪਣੀ ਉਸ ਚੀਜ਼ ਨੂੰ ਲੈ ਕੇ ਆਪਣੀ ਯੂਨੀਕਨੈਸ ਕਿੱਦਾਂ ਸ਼ੋਕੇਸ ਕਰ ਪਾਉਂਦੇ ਹਾਂ। ਸੈਕੰਡ ਇਜ਼ ਕੰਪੀਟੈਂਸ ਟੂਵਰਡਸ दैट ਕਿ ਆਪਾਂ ਦੂਜਿਆਂ ਤੋਂ ਕਿੱਦਾਂ ਸਟੈਂਡ ਆਊਟ ਕਰ ਪਾ ਰਹੇ ਹਾਂ। ਵਾਈਲ ਥਰਡ ਇਜ਼ ਹਾਊ ਰਿਲੇਟਡ ਵੀ ਆਰ, ਰਿਲੇਟਡਨੈਸ, दैट इज हाउ रिलेटेड टूवर्ड्स वी आर टूवर्ड्स दैट गोल और दैट मोटिवेशन ਜਿਹੜੀ ਇੱਕ ਕਿck ਮਿਲ ਰਹੀ ਆ ਆਪਾਂ ਨੂੰ। So this theory talks about the 3 universal needs. Ninth is self theory of motivation. So self theory of motivation is again on the basis of ourself towards our personality and the goal towards which we want to move ahead। and ਇਹ ਜਿਹੜੇ ਆਪਣਾ goal ਹੈ ਆਪਣੇ locus of control ਜਾਂ ਆਪਣੇ internal locus of control ਦੇ ਉੱਤੇ work ਕਰਦਾ ਹੈ। So basically what is locus of control? It is the center point towards which we are able to see the surroundings, towards which we are able to see ourselves from within। एक center point ਤੋਂ देख के ਆਪਾਂ ਆਪਣੇ आसपास जो भी internal level ਤੇ है, external locus है या internal level internal locus है ਜਿਸ ਦੇ ਥਰੂ ਆਪਾਂ ਦੇਖ ਪਾਉਂਦੇ ਹਾਂ ਤੇ ਇੱਕ ਬਰਡਸ ਆਈ ਵਿਊ ਦੇ ਨਾਲ ਉਸ ਚੀਜ਼ ਨੂੰ ਦੇਖ ਕੇ ਆਪਾਂ ਆਪਣੇ ਅੰਦਰ ਜਿਹੜੇ ਚੇਂजेस ਨੇ, ਕੁਝ ਚੀਜ਼ਾਂ ਨੂੰ ਰਿਫਲੈਕਟ ਕਰਨ ਦਾ ਤਰੀਕਾ ਹੈ, ਚੇਂਜ ਕਰਨ ਦਾ ਤਰੀਕਾ ਹੈ, ਕਿਸੇ ਚੀਜ਼ ਨੂੰ ਰਿਵਾਰਡ ਦੇਣ ਦਾ ਤਰੀਕਾ ਹੈ, ਕਿਸੇ ਚੀਜ਼ ਨੂੰ ਹੋਰ ਕੰਟਰੀਬਿਊਟ ਕਰਨ ਦਾ ਤਰੀਕਾ ਹੈ, ਉਸ ਚੀਜ਼ ਨੂੰ ਸਮਝ ਪਾਉਂਦੇ ਹਾਂ। ਸੋ ਅਗੇਨ ਇਟ ਕੁਡ ਬੀ ਔਨ ਦ ਬੇਸਿਸ ਆਫ ਇੰਟਰਨਲ ਐਂਡ ਐਕਸਟਰਨਲ। ਸੋ ਜਿਹੜੀ ਪਰਸਨੈਲਿਟੀ ਹੈ, ਪਰਸਨੈਲਿਟੀਜ਼ ਆਰ ਡਾਈਵਰਸ ਐਂਡ ਔਨ ਦ ਬੇਸਿਸ ਆਫ ਆਰ ਪਰਸਨੈਲਿਟੀਜ਼ ਵੀ ਆਰ ਏਬਲ ਟੂ ਅੰਡਰਸਟੈਂਡ ਦ ਲੋਕਸ ਐਂਡ ਦ ਕੰਟਰੋਲ ਟੂਵਰਡਸ ਦੀ ਲੋਕਸ। ਜਿਹੜਾ ਆਪਣਾ ਆਪ ਦੇ ਉੱਤੇ ਜਿਹੜਾ ਪਰਸਨੈਲਿਟੀ ਤੇ ਜਿਹੜਾ ਇੱਕ ਕੰਟਰੋਲ ਹੈ ਇੰਟਰਨਲ ਐਂਡ ਐਕਸਟਰਨਲ ਨੂੰ ਰਿਫਲੈਕਟ ਕਰਨ ਤੋਂ ਬਾਅਦ ਜੋ ਆਪਾਂ ਨੂੰ ਮਿਲਦਾ ਹੈ ਉਸ ਚੀਜ਼ ਨੂੰ ਆਪਾਂ ਦੇਖ ਪਾਉਣ ਦੀ ਜਿਹੜੀ ਆਪਣੀ ਇੱਕ ਅੰਡਰਸਟੈਂਡਿੰਗ ਹੁੰਦੀ ਹੈ। 10th is Adler-Fur's ERG's theory. So this theory talks about the वर्कप्लेस एलिमेंट। ये थ्योरी अपने वर्कप्लेस एलिमेंट्स से वर्क करती है, वर्कप्लेस से होने वाली जिन्नियां भी अपनी नीड्स ने उस चीज़ के बारे ये डिस्कशन करती है ऑन ए 3 लेवल। देयर आर द 3 फैक्टर्स दैट डिटरमाइन द एडलर्स थ्योरी ऑफ मोटिवेशन। एंड इस थ्योरी ਦੇ ਵਿੱਚ ਇੱਕ ਚੈੱਕ ਰੱਖਦੇ ਨੇ ਕਿ कौन अच्छा काम कर पा रहे हैं, तो जो अच्छा काम कर पा रहे उसको रिवॉर्ड मिलता है, तो जो रिवॉर्ड मिलता है वो बाकियां शोकेस करता है कि टू गेन दैट रिवॉर्ड थोनू कुछ ना कुछ अपने विच करना पैंदा रहेगा, करना
ਚਾਹੀਦਾ ਹੈ ਸੋ ਦੈਟ ਯੂ ਕੈਨ ਚੇਂਜ ਦੈਟ ਇਨ ਯੋਰ ਵਰਕ ਪਲੇਸ, ਤਾਂ ਕਿ ਦੂਜੇ ਵੀ ਮੋਟੀਵੇਟ ਹੋਣ, ਦੂਜਿਆਂ ਨੂੰ ਵੀ ਇਹ ਮੌਕਾ ਮਿਲੇ ਸਟੈਂਡ ਆਊਟ ਕਰਨ ਦਾ। And it also talks about the conflicts that arise in the workplace, or the aggression that emerge in the workplace, or the workload that arise in the workplace। ਸੋ ਇਹ ਚੀਜ਼ਾਂ ਦੇ ਉੱਤੇ ਗੱਲ ਕਰਦਾ ਹੈ ਤਾਂ ਕਿ ਉਹ ਆਪਣੇ ਜਿਹੜਾ ਵਰਕਪਲੇਸ ਦੇ ਉੱਤੇ ਜਿਹੜਾ ਇੱਕ ਬੈਲੈਂਸ ਹੈ ਮੋਟੀਵੇਸ਼ਨ ਦੇ ਤੌਰ ਤੇ ਚੱਲਦਾ ਰਵੇ, ਇੱਕ ਮੋਟੀਵੇਸ਼ਨ ਮਿਲਦੀ ਰਵੇ ਤਾਂ ਕਿ ਉਹ ਆਪਣਾ ਜਿਹੜਾ ਐਂਡ ਗੋਲ ਹੈ ਉਸਨੂੰ ਡਾਇਰੈਕਟਲੀ ਮੀਟ ਕਰ ਸਕਣ। 11th is 11th theory is Hertzberg's two factors theory. So this theory was given by Hertzberg. In this theory, he talked about the two factors, which were one is hygiene factors and second is motivational factors. So first, hygiene factors was on the basis of our hygiene, which talked about this theory talked about the positive and the extreme positive and extreme negative factor side of our workplace। So this is also on the basis of the workplace। ਤੇ ਆਪਾਂ ਜਿਹੜੀ ਇਹ ਥਿਊਰੀ ਨੂੰ ਆਪਣੇ ਵਰਕ ਪਲੇਸ ਉੱਤੇ ਇੰਕਲੂਡ ਕਰ ਸਕਦੇ ਹਾਂ। ਸੋ ਦਿਸ ਟੂ ਫੈਕਟਰ ਥਿਊਰੀ ਟਾਕਸ ਅਬਾਊਟ ਦ ਹਾਈਜੀਨ ਔਨ ਦ ਬੇਸਿਸ ਆਫ ਐਡਿਕੁਏਟ ਵਰਕਲੋਡ ਐਂਡ ਵਰਕ ਕੰਡੀਸ਼ਨ। ਮੋਟੀਵੇਸ਼ਨ ਹੁੰਦੀ ਹੈ ਆਪਣੀ ਹਾਈ ਸੈਲਰੀ ਤੇ ਹਾਈ ਬੋਨਸ। Hygiene talks about the salary and the motivation talks about the recognition। Hygiene talks about the good relationships with the supervisor, peers, and subordinates, and the motivation talks about the responsibility, advancement, and growth in their work sector, whereas hygiene gives the security। So this theory talks about the positive and negative। Positive यानी जिथे ਤੁਹਾਨੂੰ comfort मिल रहा है, जिथे you are gaining what anyone can gain। while ਜਿਹੜਾ ਮੋਟੀਵੇਸ਼ਨਲ ਫੈਕਟਰ ਹੈ, ਦਿਸ ਇਜ਼ ਲਾਈਕ ਸਮਥਿੰਗ ਜਿਹੜਾ ਆਪਣੀ ਆਊਟ ਆਫ ਆਰ ਬਾਰਡਰ ਹੈ, ਆਪਣੀ ਆਊਟ ਆਫ ਬਾਰ, ਜਿਹਦੇ ਵਿੱਚ ਆਪਣੇ ਜਿਹੜੇ ਬਾਰਸ ਆ ਉਹ ਰਾਈਜ਼ ਹੁੰਦੇ ਨੇ, ਆਪਾਂ ਜਿਹੜੇ ਆਪਣੇ ਅਨਕੰਫਰਟੇਬਲ ਫੀਲਿੰਗ ਹੈ, ਸੈਂਸ ਹੈ, ਉਸ ਚੀਜ਼ ਤੋਂ ਥੋੜਾ ਜਿਹਾ ਉੱਪਰ ਉੱਠਦਾ ਹੈ ਤੇ ਆਪਣੀ ਜਿਹੜੀ ਮੋਟੀਵੇਸ਼ਨਲ ਲੈਵਲ ਹੈ ਉਸ ਚੀਜ਼ ਤੋਂ ਥੋੜਾ ਜਿਹਾ ਸਟੈਂਡ ਆਊਟ ਕਰਨ ਦੇ ਲਈ ਤੇ ਥੋੜਾ ਜਿਹਾ ਜੋ ਹਾਈਜੀਨ ਲੈਵਲ ਹੈ, ਜੋ ਬੇਸਿਕ ਲੈਵਲ ਹੈ, ਉਸ ਚੀਜ਼ ਤੋਂ ਥੋੜਾ ਜਿਹਾ ਹਾਇਰ ਲੈਵਲ ਤੇ ਰਹਿਣ ਦੇ ਲਈ ਉਸ ਚੀਜ਼ ਨੂੰ utilize। 12th is our McClelland's need of theory। So this theory talks about the needs ਜਿਹੜੀਆਂ ਅਗੇਨ ਆਪਣੇ ਵਰਕ ਪਲੇਸ ਦੇ ਵਿੱਚ ਇੰਟਰੋਡਿਊਸ ਕੀਤੀਆਂ ਜਾਂਦੀਆਂ ਨੇ। ਸੋ ਫਰਸਟ ਇਜ਼ ਨੀਡ ਫॉर ਅਚੀਵਮੈਂਟ, ਸੈਕੰਡ ਇਜ਼ ਨੀਡ ਫॉर ਐਫੀਲੀਏਸ਼ਨ, ਐਂਡ ਥਰਡ ਇਜ਼ ਨੀਡ ਫॉर ਪਾਵਰ। ਸੋ first is also known as NAC, second as NAV, and the third is NPOV। So this theory was given by McClelland। So this theory introduced about the three basic needs that we need in our workplace or in our life or in our day-to-day activities, ਜਿਸ ਦੇ ਵਿੱਚ we are doing on the societal level, ਜਿਸ ਦੇ ਵਿੱਚ ਹੋਰ ਵੀ ਲੋਕ ਮੌਜੂਦ ਹੁੰਦੇ ਨੇ। There are relationships, there are reward taking facilities include ਹੁੰਦੀਆਂ ਨੇ। So first is need for achievement। Need for achievement is किसी होਰਾਂ ਤੋਂ स्टैंड आउट करना टूवर्ड्स द बेसिस ऑफ आवर गोल्स, ताकि ਆਪਾਂ ਆਪਣੇ ਜਿਹੜੇ ਗੋਲਸ ਨੇ ਉਸ ਚੀਜ਼ ਨੂੰ ਅਚੀਵ ਕਰ ਸਕੀਏ। ਉਸ ਗੋਲ ਨੂੰ ਅਚੀਵ ਕਰਨ ਦੇ ਨਾਲ ਨਾਲ ਉਸ ਚੀਜ਼ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ, ਜਿਹੜੇ ਵੀ ਆਪਣੇ ਆਬਸਟੈਕਲਸ ਨੇ, ਉਸ ਨੂੰ ਉਸ ਆਬਸਟੈਕਲਸ ਨੂੰ ਓਵਰਕਮ ਕਰਨਾ ਹੋ ਗਿਆ। ਕਿਸੇ ਚੀਜ਼ ਦੀ ਜਿਹੜੀ ਡਿਫਿਕਲਟੀ ਆ ਰਹੀ ਹੈ ਆਪਣੇ ਵਰਕ ਪਲੇਸ ਦੇ ਵਿੱਚ, ਉਸ ਚੀਜ਼ ਤੋਂ ਉਸ ਹਿੰਡਰੈਂਸ ਨੂੰ ਕ੍ਰਾਸ ਕਰਕੇ ਅਚੀਵ ਕਰ ਪਾਣਾ। ਕੰਪੀਟੀਸ਼ਨ ਹੈ ਜੇ ਕਿਸੇ ਵੀ ਆਪਣੇ co-worker ਦੇ ਨਾਲ ਜਾਂ ਆਪਣੇ ਕਿਸੇ ਕਲੀਗ ਦੇ ਨਾਲ, ਉਸ ਕੰਪੀਟੀਸ਼ਨ ਨੂੰ ਕ੍ਰਾਸ ਕਰ ਸਕਣਾ, ਉਸ ਕੰਪੀਟੀਸ਼ਨ ਨੂੰ ਜਿੱਤ ਪਾਣਾ ਤੇ ਆਪਣੇ ਗੋਲਸ ਨੂੰ ਅਕੰਪਲਿਸ਼ ਕਰਕੇ ਆਪਣੇ ਜਿਹੜੇ ਚੈਲੰਜਸ ਨੇ ਉਸ ਚੀਜ਼ ਨੂੰ ਸੈਟਬੈਕ ਕਰ ਸਕਣਾ ਤੇ ਇੱਕ ਪਰਫਾਰਮੈਂਸ ਦੇ ਬੇਸਿਸ ਤੇ ਜਿਹੜੀ ਆਪਣੀ ਇੱਕ ਫੀਡਬੈਕ ਹੈ ਉਹ ਲੈ ਪਾਣਾ, ਤਾਂ ਕਿ ਆਪਾਂ ਨੂੰ ਪਤਾ ਲੱਗ ਪਾਣਾ ਕਿ ਆਪਾਂ ਜੋ ਵੀ ਕਰ ਰਹੇ ਹਾਂ, ਜੋ ਵੀ ਆਪਣੀ ਅਚੀਵਮੈਂਟ ਆਪਾਂ ਅਚੀਵਮੈਂਟ ਦੇ ਵੱਲ, ਜਿਹੜੇ ਆਪਾਂ ਗੋਲ ਦੇ ਵੱਲ ਆਪਾਂ ਚੱਲ ਰਹੇ ਹਾਂ, ਜਿਸ ਪਾਥ ਤੇ ਕਿਆ ਆਪਾਂ ਰਾਈਟ ਡਾਇਰੈਕਸ਼ਨ ਤੇ ਚੱਲ ਰਹੇ ਹਾਂ, ਆਪਣੇ ਅੰਦਰ ਕੋਈ ਕਮੀ ਪੇਸ਼ੀ ਤਾਂ ਨਹੀਂ ਹੈ ਜੋ ਆਪਾਂ ਨੂੰ ਰੋਂਗ ਪ੍ਰੂਫ ਕਰ ਸਕੇ। Then second is need for affiliation। This is on the basis of how close we are in our workplace, how intimated we are in our relationships towards our colleagues or the co-workers or with our boss, and how we are able to maintain that relationship while being in a workplace, while being in a work environment। And that affiliation helps us recognize our association towards our colleagues or our co-workers or with the one that we are in a direct contact with। Then third is need for power। This need for power is on the basis of how impact we are putting in our
ਆਰ ਵਰਕ ਪਲੇਸ ਤੇ ਜਿਹੜੀ ਆਪਾਂ ਨੂੰ ਪਾਵਰ ਮਿਲੀ ਹੈ, ਉਹ ਪਾਵਰ ਆਪਾਂ ਨੂੰ ਕਿੱਦਾਂ ਹੈਲਪ ਕਰਦੀ ਹੈ ਕੰਟਰੋਲ ਦਿਵਾਉਣ ਦੇ ਵਿੱਚ, ਆਪਣੇ ਅੰਦਰ ਇੱਕ ਇਨਫਲੂਐਂਸ ਦੇਣ ਦੇ ਵਿੱਚ, that ਜਿਹੜਾ ਆਪਣੇ ਅੰਦਰ ਇੱਕ ਪਾਵਰ ਮਿਲ ਜਾਂਦੀ ਹੈ ਤਾਂ ਕਿ ਆਪਾਂ ਆਪਣੀ ਸੁਸਾਇਟੀ ਦੇ ਵਿੱਚ ਸ਼ੋ ਕਰ ਸਕੀਏ। ਜੇ ਆਪਾਂ ਕਿਸੇ ਐਨਜੀਓ ਦਾ ਪਾਰਟ ਹੈ ਜਾਂ ਕਿਸੇ ਵਰਕ ਪਲੇਸ ਦੇ ਵਿੱਚ ਹੈ, ਆਪਾਂ ਕੋਈ ਨਾ ਕੋਈ ਆਪਣੀ ਪਾਵਰ ਜਿਹੜੀ ਆਪਾਂ ਨੂੰ ਮਿਲੀ ਹੁੰਦੀ ਹੈ ਥਰੂ ਆਰ ਨੀਡ ਫॉर ਅਚੀਵਮੈਂਟ ਔਰ ਆਰ ਐਫੀਲੀਏਸ਼ਨ ਦੇ ਥਰੂ, ਉਸ ਪਾਵਰ ਨੂੰ ਆਪਾਂ ਕਿੰਨੇ ਬਖੂਬੀ ਦੇ ਨਾਲ ਯੂਟਿਲਾਈਜ਼ ਕਰ ਪਾ ਰਹੇ ਹਾਂ, ਤਾਂ ਕਿ ਆਪਾਂ ਆਪਣੀ ਉਸ ਪਾਵਰ ਦੇ ਨਾਲ ਆਪਣੇ ਆਪਣੇ ਇਨਵਾਇਰਨਮੈਂਟ ਦੇ ਵਿੱਚ ਜਾਂ ਆਪਣੇ ਵਰਕ ਪਲੇਸ ਦੇ ਵਿੱਚ, ਐਨਜੀਓ ਦੇ ਵਿੱਚ, ਜਿਹੜਾ ਵੀ ਕਿਸੇ ਨੂੰ ਆਪਾਂ ਕੰਮ ਦੇ ਰਹੇ ਹਾਂ, ਉਸ ਚੀਜ਼ ਨੂੰ ਆਪਾਂ ਕਿੰਨਾ ਹੋਰ ਜ਼ਿਆਦਾ ਇੰਪੈਕਟ ਸ਼ੋ ਕਰ ਪਾਉਂਦੇ ਹਾਂ ਆਪਣੇ ਪਾਵਰ ਦੇ ਥਰੂ, ਆਪਾਂ ਦੂਸਰਿਆਂ ਦੇ ਉੱਤੇ ਕਿੰਨਾ ਇਨਫਲੂਐਂਸ ਰਿਫਲੈਕਟ ਕਰ ਪਾਉਂਦੇ ਹਾਂ। ਦਿਸ ਇਜ਼ what McClellan talks about in his needs theory. These three basic needs: need for achievement, affiliation, and power. This theory is mostly used in the group setting or in the NGO settings, या फिर ਵਰਕਪਲੇਸ ਸੈਟਿੰਗਸ ਦੇ ਵਿੱਚ ਇਸ ਥਿਊਰੀ ਨੂੰ ਯੂਜ਼ ਕੀਤਾ ਜਾਂਦਾ ਹੈ, ਜਾਂ ਫਿਰ ਹੈਲਪ ਦਿੱਤੀ ਜਾਂਦੀ ਹੈ ਇਸ ਥਿਊਰੀ ਨੂੰ ਸਮਝਣ ਦੇ ਵਿੱਚ ਤੇ ਬੇਸਿਕ ਨੀਡਸ ਨੂੰ ਫੁਲਫਿਲ ਕਰਨ ਦੇ ਵਿੱਚ ਇਨ ਵਰਕਪਲੇਸ। Next we are talking about is frustration and conflict. That what is frustration and what is conflict, and how this creates a hindrance towards our motivation. ਜਦੋਂ ਆਪਾਂ ਕਿਸੇ ਚੀਜ਼ ਲਈ ਮੋਟੀਵੇਟ ਹੁੰਦੇ ਆ, ਸੋ ਆਟੋਮੈਟਿਕਲੀ ਵੀ ਗੈਟ ਦੈਟ ਜ਼ੀਲ ਟੂ ਗੈਟ ਵਟ ਐਵਰ ਵੀ ਵਾਂਟ ਇਨ ਆਰ ਲਾਈਫ। ਬਟ ਇੱਕ ਫਰਸਟ੍ਰੇਸ਼ਨ ਜਾਂ ਜਿਹੜੀ ਕਿਸੇ ਚੀਜ਼ ਨੂੰ ਲੈ ਕੇ ਇੱਕ ਕੌਨਫਲਿਕਟ ਹੁੰਦੀ ਹੈ, ਦੈਟ ਕ੍ਰੀਏਟਸ ਅ ਹਿੰਡਰੈਂਸ, ਜਿਹਦੇ ਨਾਲ ਆਪਾਂ ਕੋਈ ਚੀਜ਼ ਨੂੰ ਜੇ ਫਾਇਦਾ ਆਪਾਂ ਲੈਣਾ ਵੀ ਚਾਹੁੰਦੇ ਹਾਂ, ਆਪਾਂ ਖੁਦ ਦਾ ਹੀ ਨੁਕਸਾਨ ਕਰ ਦਿੰਦੇ ਹਾਂ। ਸਮਟਾਈਮਸ ਕੁਝ ਚੀਜ਼ ਨੂੰ ਲੈ ਕੇ ਜਦ ਆਪਾਂ ਗੋਲ ਦੇ ਪ੍ਰਤੀ ਆਪਾਂ ਨੂੰ ਉੱਦਾਂ ਦਾ ਰਿਜ਼ਲਟ ਨਹੀਂ ਮਿਲ ਪਾਉਂਦਾ ਹੈਗਾ, ਤਾਂ ਆਪਾਂ ਫਰਸਟ੍ਰੇਟਿਡ ਹੋਣ ਲੱਗ ਜਾਂਦੇ ਹਾਂ। ਫਰਸਟ੍ਰੇਸ਼ਨ ਕੁਡ ਬੀ ਔਨ ਦ ਬੇਸਿਸ ਆਫ ਇਨਵਾਇਰਮੈਂਟਲ ਲੈਵਲ, ਪਰਸਨਲ ਲੈਵਲ ਔਰ ਔਨ ਦ ਬੇਸਿਸ ਆਫ ਕੌਨਫਲਿਕਟਸ। ਸੋ ਜਿਹੜੀ ਆਪਣੀ ਇਨਵਾਇਰਮੈਂਟਲ ਲੈਵਲ ਤੇ ਜਿਹੜੀ ਆਪਾਂ ਨੂੰ ਕਈ ਵਾਰ ਆਪਾਂ ਜੋ ਚੀਜ਼ ਲਈ ਆਪਾਂ ਮਿਹਨਤ ਕੀਤੀ ਹੁੰਦੀ ਹੈ, ਕਿਸੇ ਟੈਸਟ ਤੋਂ ਆਪਾਂ ਕਲੀਅਰ ਕਰਨ ਦੇ ਲਈ ਜੋ ਮਿਹਨਤ ਕਰ ਰੱਖੀ ਹੁੰਦੀ ਹੈ, ਆਪਾਂ ਉਸ ਚੀਜ਼ ਨੂੰ ਹਾਸਿਲ ਨਹੀਂ ਕਰ ਪਾਉਂਦੇ ਹੈਗੇ, ਐਂਡ ਦੈਟਸ ਵਾਈ ਆਪਾਂ ਉਸ ਚੀਜ਼ ਨੂੰ ਲੈ ਕੇ ਅਨਮੋਟੀਵੇਟਿਡ ਹੋ ਜਾਂਦੇ ਹਾਂ, ਆਪਾਂ ਆਪਣੇ ਆਪ ਨੂੰ ਡੀਮੋਟੀਵੇਟ ਕਰ ਲੈਂਦੇ ਹਾਂ, ਤੇ ਆਪਾਂ ਉਹ ਇਨਵਾਇਰਮੈਂਟਲ ਫੈਕਟਰਸ ਕਈ ਵਾਰ ਇੱਦਾਂ ਵਰਕ ਕਰਦੇ ਕਿ ਆਪਾਂ ਹੋਰ ਜ਼ਿਆਦਾ ਕਿਸੇ ਹੋਰ ਦੇ ਕੋਈ ਟੌਂਟਸ ਜਾਂ ਫਿਰ ਕਿਸੇ ਹੋਰ ਦੇ ਨੈਗੇਟਿਵ ਕਮੈਂਟਸ ਆਪਾਂ ਨੂੰ ਹਰਟ ਕਰ ਦਿੰਦੇ ਆ, ਐਂਡ ਦੈਟ ਕ੍ਰੀਏਟਸ ਫਰਸਟ੍ਰੇਸ਼ਨ, ਐਂਡ ਕਈ ਵਾਰ ਉਹ ਚੀਜ਼ ਦੇ ਨਾਲ ਆਪਣੀ ਫਾਈਟਸ ਵੀ ਹੋ ਜਾਂਦੀਆਂ ਨੇ। ਦੈਨ ਪਰਸਨਲ ਫੈਕਟਰਸ ਕੁਡ ਵੀ, ਜਦੋਂ ਆਪਾਂ ਨੂੰ ਅੰਦਰ ਆਵਾਜ਼ ਆਉਂਦੀ ਆਈ ਐਮ ਗੁੱਡ ਫॉर ਨਥਿੰਗ, ਮੈਂ ਕੁਝ ਨਹੀਂ ਕਰ ਸਕਦਾ ਹੈਗਾ, ਤੇ ਮੈਂ ਜੋ ਵੀ ਕਰਨਾ ਚਾਹੁੰਦਾ ਆਈ ਐਮ ਨਾਟ ਏਬਲ ਟੂ ਡੂ ਦੈਟ, ਮੈਨੂੰ ਉਸ ਚੀਜ਼ ਦੇ ਵਿੱਚ ਕੋਈ ਫਾਇਦਾ ਨਹੀਂ ਮਿਲਦਾ ਹੈਗਾ, ਐਂਡ ਦੈਟਸ ਹਾਊ ਆਰ ਫਰਸਟ੍ਰੇਸ਼ਨ creates a hindrance towards getting or approaching our goals. And then is a conflicts. Conflicts arise when ਜਦੋਂ ਆਪਾਂ ਕਿਸੇ ਦੋ ਚੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਉਲਝੇ ਹੁੰਦੇ ਕਿ ਆਪਾਂ ਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਆਪਾਂ ਨੂੰ ਕਿਹੜੀ ਚੀਜ਼ ਨੂੰ ਕਰਨਾ ਚਾਹੀਦਾ, ਕਿਹੜੀ ਪੁਆਇੰਟ ਨੂੰ ਆਪਾਂ ਨੂੰ ਚੂਜ਼ ਕਰਨਾ ਚਾਹੀਦਾ ਤੇ ਕਿਹੜੀ ਚੀਜ਼ ਨੂੰ ਛੱਡਣਾ ਚਾਹੀਦਾ ਹੈ। So conflict ਨੂੰ understand ਕਰਨ ਦੇ ਲਈ there are four types of conflict. So first is approach conflict, second is avoidance conflict, third is approach avoidance conflict, and fourth is double approach avoidance conflict. So to understand the conflict, so first one is approach conflict. When there is one person who is standing with the two goals कि मैंने इस चीज़ ਨੂੰ भी plan A भी है, मेरे को plan B भी है, प्लान ए भी मेरे लिए पॉजिटिवली वर्क कर रहे हैं एंड प्लान बी भी मेरे लिए पॉजिटिवली वर्क कर रहे हैं, तो इस ਵਿੱਚ क्या आएगा, उसकी अप्रोच कॉन्फ्लिक्ट रहेगी कि मैं उसको भी चूज करूंगा ਤਾਂ भी फायदा है, सेकंड वन ਨੂੰ चूज करूंगा ਮੈਨੂੰ ਤਾਂ भी फायदा ही है। सेकंड इज अवॉइडेंस कॉन्फ्लिक्ट, ਜਿਸ ਦੇ ਵਿੱਚ ਇੱਕ ਇਨਸਾਨ ਦੇ ਕੋਲ ਦੋ ਗੋਲਸ ਨੇ, ਦੋਨੋਂ ਹੀ ਉਹਦੇ ਲਈ ਨੈਗੇਟਿਵ ਨੇ, ਜੇ ਮੈਂ ਇਸ ਗੋਲ ਨੂੰ ਫੁਲਫਿਲ ਕਰਦਾ ਤਾਂ ਵੀ ਮੈਨੂੰ ਉਸ ਦੇ ਵਿੱਚ ਕੋਈ ਜ਼ਿਆਦਾ ਫਾਇਦਾ ਨਹੀਂ ਮਿਲਣਾ, ਜੇ ਮੈਂ ਸੈਕੰਡ ਚੀਜ਼ ਨੂੰ ਚੂਜ਼ ਕਰਦਾ ਤਾਂ ਵੀ ਮੈਨੂੰ ਜ਼ਿਆਦਾ ਫਾਇਦਾ ਨਹੀਂ ਮਿਲਣਾ। ਸੋ ਫਿਰ ਉਹ ਚੂਜ਼ ਕਰਦਾ ਹੈ ਕੋਈ ਇੱਕ ਨੂੰ, ਬਟ ਦੋਨੋਂ ਹੀ ਉਹਦੇ ਲਈ ਇੱਕ ਨੈਗੇਟਿਵ ਵੇ ਦੇ ਵਿੱਚ ਗੋਲ ਹੁੰਦਾ ਹੈ। ਸੋ ਇਹ ਜ਼ਿਆਦਾ ਕੌਨਫਲਿਕਟ ਐਂਡ ਨੈਗੇਟਿਵਿਟੀ ਕ੍ਰੀਏਟ ਕਰ ਜਾਂਦਾ ਹੈ ਕਿ ਮੈਂ ਦੋਨੋਂ ਨੈਗੇਟਿਵਿਟੀਜ਼ ਦੇ ਵਿੱਚੋਂ ਮੈਂ ਕਿਹੜੀ ਇੱਕ ਚੀਜ਼ ਨੂੰ ਚੂਜ਼ ਕਰਾਂ। ਇਟਸ ਜਸਟ ਲਾਈਕ ਇੱਕ ਮੁਹਾਵਰਾ ਹੈ ਕਿ ਅੱਗੇ ਖੂਹ ਹੈ ਤਾਂ ਪਿੱਛੇ ਟੋਆ ਹੈ, ਸੋ ਇਟਸ ਜਸਟ ਲਾਈਕ दैट। थर्ड इज अप्रोच अवॉइडेंस कॉन्फ्लिक्ट। सो एक है ਜਿਹੜਾ ਇੱਕ ਗੋਲ ਉਸੇ ਚੂਜ਼ ਕਰ ਰੱਖਿਆ, ਉਸ ਦੇ ਵਿੱਚ ਉਸ ਨੂੰ ਫਾਇਦਾ ਵੀ ਹੋ ਰਿਹਾ ਹੈ ਤੇ ਨੁਕਸਾਨ ਵੀ ਹੋ ਰਿਹਾ ਹੈ, ਤੇ ਉਸ ਦੇ ਵਿੱਚ ਉਸ ਨੂੰ ਸਮਝਣਾ ਥੋੜਾ ਜਿਹਾ ਮੁਸ਼ਕਿਲ ਹੋ ਰਿਹਾ ਹੈ ਕਿ ਨੁਕਸਾਨ ਵੀ ਹੈ ਇਸ ਗੋਲ ਦੇ ਵਿੱਚ ਤੇ ਮੈਨੂੰ ਫਾਇਦਾ ਵੀ ਹੈ, ਸੋ ਆਈ ਸ਼ੁਡ ਗੋ ਵਿਦ ਦਿਸ ਗੋਲ ਔਰ ਨॉट। ਤਾਂ ਫਿਰ ਉਸ ਦੇ ਵਿੱਚ ਉਹਨੂੰ ਇੱਕ ਕੌਨਫਲਿਕਟ ਰਹਿੰਦਾ ਕਿ ਅਪਰੋਚ ਅਵੋਇਡੈਂਸ ਕੌਨਫਲਿਕਟ ਰਹਿੰਦਾ ਕਿ ਮੈਂ ਜੇ ਮੈਨੂੰ ਉਸ ਤੋਂ ਫਾਇਦਾ ਹੋ ਰਿਹਾ ਤਾਂ ਨੁਕਸਾਨ ਵੀ ਹੈ, ਤਾਂ ਮੈਨੂੰ ਸਟਿਲ ਉਸ ਚੀਜ਼ ਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਟੂਵਰਡਸ ਦੈਟ ਵਨ ਗੋਲ। ਸੋ ਇੱਥੇ ਗੋਲ ਇੱਕੋ ਹੀ ਹੈ, ਬਟ ਉਸ ਗੋਲ ਦੇ ਵਿੱਚੋਂ ਫਾਇਦਾ ਵੀ ਮਿਲ ਰਿਹਾ ਹੈ ਤੇ ਨੁਕਸਾਨ ਵੀ ਮਿਲ ਰਿਹਾ ਹੈ। Fourth is our multiple approach avoidance conflicts, that is double avoidance approach avoidance conflicts. So ਉਹਦੇ ਕੋਲ ਦੋ ਸਿਚੁਏਸ਼ਨਸ ਨੇ
ਦੋਨੋਂ ਸਿਚੁਏਸ਼ਨ ਦੇ ਵਿੱਚ ਇੱਕ ਪੋਜ਼ਿਟਿਵ ਹੈ, ਇੱਕ ਨੈਗੇਟਿਵ ਹੈ, ਐਂਡ ਸੈਕੰਡ ਦੇ ਵਿੱਚ ਵੀ ਇੱਕ ਪੋਜ਼ਿਟਿਵ ਹੈ ਤੇ ਇੱਕ ਨੈਗੇਟਿਵ ਹੈ। ਇਹ ਜਿਹੀ ਸਿਚੁਏਸ਼ਨ ਮੋਸਟਲੀ ਮੈਰਿਡ ਪ੍ਰਪੋਜ਼ਲਸ ਦੇ ਵਿੱਚ ਰਹਿੰਦੀ ਹੈ ਇਨ ਅਰੇਂਜ ਮੈਰਿਜ ਸੈਟਅਪ, ਕਿ ਇੱਕ ਦੇ ਵਿੱਚ ਇੱਕ ਇਨਸਾਨ ਜੇ ਅੱਛਾ ਲੱਗ ਰਿਹਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਖਾਮੀਆਂ ਹੈ, ਤਾਂ ਜੇ ਦੂਸਰਾ ਇਨਸਾਨ ਅੱਛਾ ਲੱਗ ਰਿਹਾ ਜਿਹਦਾ ਪ੍ਰਪੋਜ਼ਲ ਆ ਰੱਖਿਆ ਫॉर ਮੈਰਿਜ ਰਿਲੇਟਡ ਥਿੰਗ, ਤਾਂ ਉਸ ਦੇ ਵਿੱਚ ਜੇ ਕੁਛ ਪੋਜ਼ਿਟਿਵਿਟੀ ਹੈ ਤਾਂ ਕੁਛ ਨੈਗੇਟਿਵ ਵੀ ਹੈ। ਸੋ ਦੇ ਆਰ ਅਨਏਬਲ ਟੂ ਚੂਜ਼ ਕਿ ਦੋਨਾਂ ਦੇ ਵਿੱਚੋਂ ਕਿਹੜੇ ਗੋਲ ਨੂੰ ਚੂਜ਼ ਕਰਿਆ ਜਾਵੇ, ਕਿਉਂਕਿ ਦੋਨਾਂ ਦੇ ਵਿੱਚ ਪੋਜ਼ਿਟਿਵਿਟੀ ਵੀ ਦੇਖਣ ਨੂੰ ਮਿਲ ਰਹੀ ਹੈ ਐਂਡ ਨੈਗੇਟਿਵਿਟੀ ਵੀ ਦੇਖਣ ਨੂੰ ਮਿਲ ਰਹੀ ਹੈ। ਸੋ ਦਿਸ ਵਾਜ਼ ਆਰ ਫਰਸਟ੍ਰੇਸ਼ਨ ਐਂਡ ਕॉन्फ्लिक्ट ਵਿਚ ਕ੍ਰੀਏਟਸ ਅ ਹਿੰਡਰੈਂਸ ਇਨ ਟਰਮਸ ਆਫ ਆਰ ਗੋਲ ਪ੍ਰੋਸੈਸਿਸ, ਜਾਂ ਫਿਰ ਜੇ ਆਪਾਂ ਨੂੰ ਕਿਸੇ ਚੀਜ਼ ਲਈ ਮੋਟੀਵੇਸ਼ਨ ਹੁੰਦੀ ਹੈ ਤਾਂ ਇਹ ਮੋਟੀਵੇਸ਼ਨ ਦੇ ਵਿੱਚ ਆਪਾਂ ਨੂੰ ਹਿੰਡਰੈਂਸ ਕ੍ਰੀਏਟ ਕਰਦਾ ਹੈ। ਵਿਦ ਦਿਸ I end up with my motivation topic today. ਮੋਟੀਵੇਸ਼ਨ ਹੈਲਪਸ ਇਨ ਆ ਡੇ ਟੂ ਡੇ ਲਾਈਫ, ਤੇ ਮੋਟੀਵੇਟਿਡ ਰਹਿਣਾ ਆਪਣੀ ਇਨਸਾਨੀਅਤ ਦਾ ਇੱਕ ਪਾਰਟ ਹੈ ਤੇ ਆਪਾਂ ਨੂੰ ਇਹ ਇਨਸਾਨ ਬਣਾਉਂਦਾ ਹੈ, ਤੇ ਆਪਾਂ ਨੂੰ ਕਦੇ ਮੋਟੀਵੇਟ ਹੋਣ ਤੋਂ ਰੁਕਣਾ ਨਹੀਂ ਚਾਹੀਦਾ ਹੈਗਾ, ਬਲਕਿ ਉਸ ਚੀਜ਼ ਤੇ ਵੱਧਦੇ ਰਹਿਣਾ ਚਾਹੀਦਾ। ਜੇ ਆਪਾਂ ਨੂੰ ਗੋਲ ਦੇ ਵਿੱਚ ਆਪਾਂ ਨੂੰ ਕੋਈ ਤਰੱਕੀ ਨਹੀਂ ਮਿਲ ਰਹੀ ਹੈ, ਆਪਾਂ ਉਸ ਚੀਜ਼ ਦੇ ਵਿੱਚ ਫੇਲੀਅਰ ਆਪਾਂ ਨੂੰ ਮਿਲ ਰਿਹਾ, ਇਟ ਡਜ਼ਨਟ ਮੀਨਸ ਕਿ ਉਸ ਗੋਲ ਨੂੰ ਆਪਾਂ ਨੂੰ ਛੱਡ ਦੇਣਾ ਚਾਹੀਦਾ, ਬਲਕਿ ਆਪਾਂ ਨੂੰ ਆਪਣਾ ਤਰੀਕਾ ਚੇਂਜ ਕਰਦੇ ਰਹਿਣਾ ਚਾਹੀਦਾ ਹੈ ਤੇ ਆਪਾਂ ਨੂੰ ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਥੈਂਕ ਯੂ। ਨੈਕਸਟ ਟਾਈਮ ਆਪਾਂ ਮਿਲਾਂਗੇ ਵਿਦ ਦ ਟੌਪਿਕ ਇਮੋਸ਼ਨਸ।